ਭਗਵੰਤ ਮਾਨ ਨੇ ਸਿੱਖਾਂ ਦੀ ਸ੍ਰੀ ਸਾਹਿਬ ਦੇ ਬਾਰੇ, ਕਿਰਪਾਨ ਦੇ ਬਾਰੇ, ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹਵਾਲੇ ਨਾਲ ਜੋ ਗੱਲਾਂ ਕੀਤੀਆਂ ਨੇ ਕਿ ਜੀ ਉਹ ਕਿਰਪਾਨਾਂ ਚੱਕੀ ਫਿਰਦੇ ਆ, ਵੱਢ ਦਿਓ ਮਾਰ ਦਿਓ ਕਰਦੇ ਆ ਤੇ ਅਸੀਂ ਪਿਆਰ ਦੀ ਗੱਲ ਕਰਦੇ ਆ। ਅਸਲ ਵਿੱਚ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦਾ ਜਿਹੜਾ ਕਲਚਰ ਆ ਜਾਂ ਨੇਚਰ ਆ ਜਾਂ ਜਿਹੜਾ ਉਹਨਾਂ ਦਾ ਵਰਤਾਰਾ ਫਨੋਮਨਾ ਉਹ ਉਭਾਰਿਆ ਹੈਗਾ ਕਿ ਸਿੱਖੀ ਦੀ ਗੱਲ ਜਾਂ ਧਰਮ ਦੀ ਗੱਲ ਜਾਂ ਧਾਰਮਿਕ ਸਰੋਕਾਰਾਂ ਦੀ ਗੱਲ ਸਾਡੇ ਆਮ ਆਦਮੀ ਪਾਰਟੀ ਦੇ ਏਜੰਡੇ 'ਚ ਉਵੇਂ ਹੀ ਆ ਜਿਵੇਂ ਬੀਜੇਪੀ ਵਾਲੇ ਜਾਂ ਹੋਰ ਲੋਕ ਨੇ। ਅੱਜ ਸਾਰੇ ਭਾਰਤ ਵਿੱਚ ਮੋਦੀ ਸਰਕਾਰ ਦੇ ਇੱਕ ਫੈਸਲੇ ਦੇ ਖਿਲਾਫ ਕਿ ਜੀ ਇੱਕ ਯੋਜਨਾ ਸ਼ੁਰੂ ਕਰਨੀ ਹੈ ਜਿਹਦੇ ਵਿੱਚ 4-4 ਸਾਲ ਹਰੇਕ ਨੂੰ ਫੌਜੀ ਬਣਾ ਦਿਆ ਕਰਨਾ, ਉਹਦੇ ਖਿਲਾਫ ਅੱਜ ਸਾਰੇ ਭਾਰਤ ਵਿੱਚ ਅੱਗਾਂ ਲਾਈਆਂ ਜਾ ਰਹੀਆਂ ਨੇ। ਤੇ ਭਗਵੰਤ ਮਾਨ ਤੇ ਉਹਦੀ ਪਾਰਟੀ ਵਾਲੇ ਜਾ ਕੇ ਦੇਖ ਸਕਦੇ ਨੇ ਵੀ ਉਹ ਸਿਮਰਨਜੀਤ ਸਿੰਘ ਮਾਨ ਜਾਂ ਕਿਰਪਾਨਾਂ ਵਾਲੇ ਜਾਂ ਪੱਗਾਂ ਦਾੜੇ ਵਾਲੇ ਨਹੀਂ, ਉਹ ਲੋਕ ਭਾਰਤੀ ਨੇ। ਜਿਹੜਾ ਤੁਸੀਂ ਆਹ ਪੰਪ ਦੇ ਰਹੇ ਹੋ ਜੀ ਅਸੀਂ ਬੜੇ ਦੇਸ਼ ਭਗਤਾਂ ਤੇ ਆ ਜੀ ਮਾਨ ਹੁਣੀ ਕਿਰਪਾਨ ਚੁਕਾਉਂਦੇ ਆ, ਇਹ ਆਮ ਆਦਮੀ ਪਾਰਟੀ ਵਾਲਿਓ ਆਪਦੇ ਮਨ ਚੋਂ ਵਹਿਮ ਕੱਢ ਦਿਓ। ਉੱਥੇ ਕਿਸੇ ਨੇ ਆਧਾਰ ਕਾਰਡ ਨਹੀਂ ਚੈੱਕ ਕਰਨਾ ਪਹਿਲਾਂ ਗਲ 'ਚ ਟਾਇਰ ਪਾਉਣ ਤੋਂ ਪਹਿਲਾਂ। ਇਹੋ ਜਿਹੀਆਂ ਗੱਲਾਂ ਬਾਤਾਂ ਭਰਾਵੋ ਤੁਸੀਂ ਕਰਕੇ ਭਾਰਤ ਨੂੰ ਇਹ ਦਿਖਾਉਣ ਲੱਗੇ ਨਾ ਵੀ ਅਸੀਂ ਉਹਦੇ ਨਾਲੋਂ ਬਹੁਤੇ ਦੇਸ਼ ਭਗਤਾਂ ਫਲਾਣੇ ਨਾਲੋਂ। ਇਹੋ ਜਿਹੀਆਂ ਗੱਲਾਂ ਕਰਨ ਵਾਲੇ ਪਹਿਲਾਂ ਵੀ ਬੜੇ ਹੋਏ, ਪਰ 1984 'ਚ ਸਭ ਦੇ ਨਿਬੇੜੇ ਹੋ ਗਏ। ਉਦੋਂ ਪਹਿਲਾਂ ਸਿੱਖਾਂ ਨੂੰ ਸਮਝਾਉਣ ਵਾਲਿਆਂ ਨੇ ਪੂਰਾ ਜ਼ੋਰ ਲਾਇਆ ਵੀ ਭਾਈ ਇਸ ਮੁਲਕ ਦੇ ਅੰਦਰ ਹਿੰਦੂ ਸਾਮਰਾਜ ਚੱਲ ਰਿਹਾ, ਇਹ ਹਿੰਦੂ ਇੰਡੀਆ ਵਾ। ਕਹਿੰਦੇ ਨਹੀਂ, ਇਹ ਸੈਕੂਲਰ ਇੰਡੀਆ ਵਾ, ਇੱਕ ਧਰਮ ਨਿਰਪੱਖਤਾ ਵਾ ਜੀ। 1984 ਮੌਕੇ ਫਿਰ ਗਲਾਂ 'ਚ ਟਾਇਰ ਪਵਾਉਣ ਤੋਂ ਬਾਅਦ, ਧੀਆਂ ਭੈਣਾਂ ਦੀ ਬੇਪੱਤੀ ਕਰਵਾਉਣ ਤੋਂ ਬਾਅਦ, ਜਾਂ ਇਉਂ ਕਹੀਏ ਕਿ ਸਿੱਖਾਂ ਦੀ ਨਸਲਕੁਸ਼ੀ ਕਰਵਾਉਣ ਤੋਂ ਬਾਅਦ ਇੰਨੀ ਕੁ ਅਕਲ ਜ਼ਰੂਰ ਸਿੱਖ ਲਈ ਕਿ ਇਹ ਲਿਬਰਲ ਇੰਡੀਆ ਕੋਈ ਨਹੀਂ ਹੈ ਤਾਂ ਹਿੰਦੂ ਇੰਡੀਆ। ਜੇਕਰ 1984 ਮੌਕੇ ਸਾਡਾ ਬਚਾਅ ਹੋ ਸਕਿਆ ਨਾ, ਜਿਹੜੀ ਨਸਲਕੁਸ਼ੀ ਦੀ ਪਲੈਨਿੰਗ ਕੀਤੀ ਸੀ ਇੰਦਰਾ ਗਾਂਧੀ ਨੇ, ਉਹ ਤਾਂ ਹੋ ਸਕਿਆ ਕਿਉਂਕਿ ਆਹ ਗੱਲ ਉਹਨਾਂ ਨੇ ਸੋਚੀ ਹੋਈ ਨਹੀਂ ਸੀ ਵੀ ਕਿ ਫੌਜੀ ਵੀ ਸਿੱਖਾਂ ਦੇ ਸਿੱਖ ਫੌਜੀ ਹੈ ਜਿਹੜੇ ਉਹ ਬਗਾਵਤ ਕਰ ਦੇਣ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੋਟਾਂ ਦਾ ਮਾਹੌਲ ਆ ਤੇ ਵੋਟਾਂ ਦੇ ਇਸ ਮਾਹੌਲ ਦੇ ਵਿੱਚ ਜਿਹੜੇ ਕਿ ਇੱਥੇ ਸਿਆਸੀ ਆਗੂ ਆ ਜਿਹੋ ਜਿਹੀਆਂ ਗੱਲਾਂ ਬਾਤਾਂ ਕਰ ਰਹੇ ਨੇ, ਉਹਦੇ ਕਰਕੇ ਇੱਥੋਂ ਦੇ ਲੋਕਾਂ ਦੀ ਮਨੋਦਸ਼ਾ ਜਿਹੜੀ ਆ ਉਹ ਵੀ ਪ੍ਰਗਟ ਹੁੰਦੀ ਆ, ਸਾਹਮਣੇ ਆਉਂਦੀ ਹੈ। ਅੱਜ ਭਗਵੰਤ ਮਾਨ ਨੇ ਸਿੱਖਾਂ ਦੀ ਸ੍ਰੀ ਸਾਹਿਬ ਦੇ ਬਾਰੇ, ਕਿਰਪਾਨ ਦੇ ਬਾਰੇ, ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹਵਾਲੇ ਨਾਲ ਜੋ ਗੱਲਾਂ ਕੀਤੀਆਂ ਨੇ ਕਿ ਜੀ ਉਹ ਕਿਰਪਾਨਾਂ ਚੱਕੀ ਫਿਰਦੇ ਆ, ਵੱਢ ਦਿਓ ਮਾਰ ਦਿਓ ਕਰਦੇ ਆ ਤੇ ਅਸੀਂ ਪਿਆਰ ਦੀ ਗੱਲ ਕਰਦੇ ਆ। ਇਹ ਹਾਲਾਂਕਿ ਬਿਲਕੁਲ ਝੂਠੀ ਤੇ ਬੇਲੋੜੀ ਟਿੱਪਣੀ ਸੀਗੀ ਤੇ ਇਹਦਾ ਕੋਈ ਅਰਥ ਮਤਲਬ ਨਹੀਂ ਬਣਦਾ, ਪਰ ਇਹਦੇ ਬਹਾਨੇ ਅਸਲ ਵਿੱਚ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦਾ ਜਿਹੜਾ ਕਲਚਰ ਆ ਜਾਂ ਨੇਚਰ ਆ ਜਾਂ ਜਿਹੜਾ ਉਹਨਾਂ ਦਾ ਵਰਤਾਰਾ ਫਨੋਮਨਾ ਉਹ ਉਭਾਰਿਆ ਹੈਗਾ ਕਿ ਸਿੱਖੀ ਦੀ ਗੱਲ ਜਾਂ ਧਰਮ ਦੀ ਗੱਲ ਜਾਂ ਧਾਰਮਿਕ ਸਰੋਕਾਰਾਂ ਦੀ ਗੱਲ ਸਾਡੇ ਆਮ ਆਦਮੀ ਪਾਰਟੀ ਦੇ ਏਜੰਡੇ 'ਚ ਉਵੇਂ ਹੀ ਆ ਜਿਵੇਂ ਬੀਜੇਪੀ ਵਾਲੇ ਜਾਂ ਹੋਰ ਲੋਕ ਨੇ। ਤੋ ਅੱਜ ਭਗਵੰਤ ਮਾਨ ਦੀ ਇਸ ਟਿੱਪਣੀ ਦੇ ਨਾਲ ਹੀ ਦੂਜੇ ਪਾਸੇ ਇਹ ਆਪਦੇ ਆਪ ਨੂੰ ਦੇਸ਼ ਭਗਤ ਦਿਖਾਉਣ ਦਾ ਜਾਂ ਸਿਮਰਨਜੀਤ ਸਿੰਘ ਮਾਨ ਤੇ ਹੋਰ ਸਿੱਖਾਂ ਨੂੰ ਮਾਰ ਧਾੜ ਵਾਲੇ ਜਾਂ ਮਾੜੇ ਬੰਦੇ ਦਰਸਾਉਣ ਦਾ ਜਿਹੜਾ ਇਹਨਾਂ ਦਾ ਯਤਨ, ਉਹ ਤਾਂ ਚਲੋ ਇੱਕ ਵੱਖਰੀ ਕਹਾਣੀ ਹੈ। ਪਰ ਅੱਜ ਸਾਰੇ ਭਾਰਤ ਵਿੱਚ ਮੋਦੀ ਸਰਕਾਰ ਦੇ ਇੱਕ ਫੈਸਲੇ ਦੇ ਖਿਲਾਫ ਕਿ ਜੀ ਇੱਕ ਯੋਜਨਾ ਸ਼ੁਰੂ ਕਰਨੀ ਹੈ ਜਿਹਦੇ ਵਿੱਚ 4-4 ਸਾਲ ਹਰੇਕ ਨੂੰ ਫੌਜੀ ਬਣਾ ਦਿਆ ਕਰਨਾ, ਉਹਦੇ ਖਿਲਾਫ ਅੱਜ ਸਾਰੇ ਭਾਰਤ ਵਿੱਚ ਅੱਗਾਂ ਲਾਈਆਂ ਜਾ ਰਹੀਆਂ ਨੇ। ਤੇ ਭਗਵੰਤ ਮਾਨ ਤੇ ਉਹਦੀ ਪਾਰਟੀ ਵਾਲੇ ਜਾ ਕੇ ਦੇਖ ਸਕਦੇ ਨੇ ਵੀ ਉਹ ਸਿਮਰਨਜੀਤ ਸਿੰਘ ਮਾਨ ਜਾਂ ਕਿਰਪਾਨਾਂ ਵਾਲੇ ਜਾਂ ਪੱਗਾਂ ਦਾੜੇ ਵਾਲੇ ਨਹੀਂ, ਉਹ ਲੋਕ ਭਾਰਤੀ ਨੇ। ਤੇ ਇਹ ਉਹੀ ਮਾਨਸਿਕਤਾ ਵਾ ਜਿਹੜੀ ਮਾਨਸਿਕਤਾ ਨੇ 1984 'ਚ ਸਾਡਾ ਘਾਣ ਕੀਤਾ ਸੀ। ਉਦੋਂ ਵੀ ਸਾਡੇ ਗਲਾਂ ਦੇ ਵਿੱਚ ਟਾਇਰ ਪਾਏ ਸੀ। ਭਗਵੰਤ ਮਾਨ ਨੂੰ ਜਾਂ ਹੋਰ ਲੋਕਾਂ ਨੂੰ ਸਿੱਖਾਂ ਦੇ ਘਰੇ ਜੰਮਣ ਤੋਂ ਬਾਅਦ ਜਿਨ੍ਹਾਂ ਨੂੰ ਇਹ ਲੱਗਦਾ ਕਿ ਅਸੀਂ ਤਾਂ ਜੀ ਬਾਕੀਆਂ ਨਾਲੋਂ ਵੱਖਰੀ ਤਰ੍ਹਾਂ ਦੇ ਸਿੱਖ ਵਾਂ, ਅਸੀਂ ਕਿਹੜਾ ਸੰਤ ਭਿੰਡਰਾਂਵਾਲੇ ਦੇ ਵਰਗੇ ਸਿੱਖ ਵਾਂ, ਅਸੀਂ ਕਿਹੜਾ ਕੌਮ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ, ਅਸੀਂ ਕਿਹੜਾ ਕੋਈ ਖਾਲਿਸਤਾਨ ਦੀ ਗੱਲ ਕਰਦੇ ਹਾਂ। ਨਾ ਜੀ, ਸਾਨੂੰ ਥੋੜੀ ਪਾਕਿਸਤਾਨ ਦੇ ਪਿੱਠੋਂ ਕਿਹਾ ਜਾ ਸਕਦਾ। ਨਾ ਜੀ, ਸਾਡੇ ਤੇ ਕਿਹੜਾ ਦੋਸ਼ ਲੱਗ ਸਕਦਾ ਵੀ ਅਮਨ ਸ਼ਾਂਤੀ ਦੇ ਦੁਸ਼ਮਣ ਨੇ। ਸੋ ਇਹ ਭਗਵੰਤ ਮਾਨ ਜਾਂ ਇਹੋ ਜਿਹੇ ਬਹੁਤ ਸਾਰੇ ਸਿੱਖ ਕੇ ਤਿਰੰਗੇ ਝੰਡੇ ਚੱਕੀ ਫਿਰਦੇ ਨੇ। ਤੋ ਇਹ ਅੱਜ ਗੱਲ ਆਪਾਂ ਭਗਵੰਤ ਮਾਨ ਦੇ ਉਸ ਬਿਆਨ ਦੇ ਹਵਾਲੇ ਨਾਲ ਬੇਸ਼ੱਕ ਕਰ ਰਹੇ ਹਾਂ, ਪਰ ਮੇਰਾ ਇਸ
गल बारे स्पष्ट वा भी जिहड़ा भी बंदा चाहे वह किसी भी पार्टी च जां किसी पार्टी च नहीं है, जिहड़ा भी बंदा तिरंगा झंडा चक के ਉਹ तिरंगा झंडा ਜਿਹੜਾ 1984 ਨੂੰ ਉਹਨਾਂ ਟੈਂਕਾਂ ਤੇ ਲੱਗਿਆ ਹੋਇਆ ਸੀ ਜਿਨ੍ਹਾਂ ਨੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਜਿਹੜਾ ਵੀ ਬੰਦਾ ਉਹਨਾਂ ਤਿਰੰਗੇ ਝੰਡਿਆਂ ਨੂੰ ਚੱਕ ਕੇ ਸਾਡੇ ਪੰਜਾਬ ਦੀ ਧਰਤੀ ਉੱਤੇ ਭਾਰਤ ਮਾਤਾ ਕੀ ਜੈ ਵਾਲੇ ਕੰਮ ਕਰਦਾ ਹੈ, ਚਾਹੇ ਉਹ ਕੋਈ ਵੀ ਆ, ਉਹਨੂੰ ਕੁਝ ਗੱਲਾਂ ਚੇਤੇ ਰੱਖਣ ਦੀ ਲੋੜ ਹੈ। ਉਹ ਗੱਲਾਂ ਕੀ ਨੇ? ਉਹ ਇਹ ਆ ਕਿ ਜਿਹੋ ਜੀਆਂ ਗੱਲਾਂ ਬਾਤਾਂ ਭਰਾਵੋ ਤੁਸੀਂ ਕਰਕੇ ਭਾਰਤ ਨੂੰ ਇਹ ਦਿਖਾਉਣ ਲੱਗੇ ਆ ਨਾ ਵੀ ਅਸੀਂ ਉਹਦੇ ਨਾਲੋਂ ਬਹੁਤੇ ਦੇਸ਼ ਭਗਤਾਂ ਫਲਾਣੇ ਨਾਲੋਂ, ਇਹੋ ਜਿਹੀਆਂ ਗੱਲਾਂ ਕਰਨ ਵਾਲੇ ਪਹਿਲਾਂ ਵੀ ਬੜੇ ਹੋਏ ਨੇ, ਪਰ 1984 ਚ ਸਭ ਦੇ ਨਿਬੇੜੇ ਹੋ ਗਏ ਸੀ, ਸਭ ਨੂੰ ਅਕਲ ਆ ਗਈ ਸੀ। ਉਦੋਂ ਪਹਿਲਾਂ ਸਿੱਖਾਂ ਨੂੰ ਸਮਝਾਉਣ ਵਾਲਿਆਂ ਨੇ ਪੂਰਾ ਜ਼ੋਰ ਲਾਇਆ ਵੀ ਭਾਈ ਇਸ ਮੁਲਕ ਦੇ ਅੰਦਰ ਹਿੰਦੂ ਸਾਮਰਾਜ ਚੱਲ ਰਿਹਾ, ਇਹ ਹਿੰਦੂ ਇੰਡੀਆ ਵਾ। ਕਹਿੰਦੇ ਜੀ ਨਹੀਂ, ਇਹ ਸੈਕੂਲਰ ਇੰਡੀਆ ਵਾ, ਇਹ ਧਰਮ ਨਿਰਪੱਖਤਾ ਵਾ ਜੀ। ਬੜੀਆਂ ਦਲੀਲਾਂ, ਬੜੇ ਤਰਕ, ਬੜੇ ਲੇਖ, ਖੰਭੇ ਜਿਹੜੀਆਂ ਤਕਰੀਰਾਂ ਕਰਨ ਵਾਲੇ ਸਾਡੇ ਆਗੂ ਸੀਗੇ, ਜਿਨ੍ਹਾਂ ਨੇ 1984 ਮੌਕੇ ਫਿਰ ਗਲਾਂ 'ਚ ਟਾਇਰ ਪਵਾਉਣ ਤੋਂ ਬਾਅਦ, ਧੀਆਂ ਭੈਣਾਂ ਦੀ ਬੇਪੱਤੀ ਕਰਵਾਉਣ ਤੋਂ ਬਾਅਦ, ਜਾਂ ਇਉਂ ਕਹੀਏ ਕਿ ਸਿੱਖਾਂ ਦੀ ਨਸਲਕੁਸ਼ੀ ਕਰਵਾਉਣ ਤੋਂ ਬਾਅਦ ਇੰਨੀ ਕੁ ਅਕਲ ਜ਼ਰੂਰ ਸਿੱਖ ਲਈ ਕਿ ਇਹ ਲਿਬਰਲ ਇੰਡੀਆ ਕੋਈ ਨਹੀਂ ਹੈ ਤਾਂ ਹਿੰਦੂ ਇੰਡੀਆ। ਇਹਨਾਂ ਸਾਰਿਆਂ ਦੇ ਵਿੱਚੋਂ ਜਿਹੜਾ ਸਭ ਤੋਂ ਵੱਡਾ ਕੌਲੀ ਚੱਟ, ਚਾਪਲੂਸ, ਜਿਹੜਾ ਵੀ ਅੱਖਰ ਮਾੜੇ ਤੋਂ ਮਾੜਾ ਆਪਾਂ ਵਰਤ ਸਕਦੇ ਹਾਂ, ਉਸ ਬੰਦੇ ਬਾਰੇ ਖੁਸ਼ਵੰਤ ਸਿੰਘ ਹੁੰਦਾ ਸੀ ਇੱਕ। ਖੁਸ਼ਵੰਤ ਸਿੰਘ ਜਾਂ ਇਹੋ ਜਿਹੇ ਬਹੁਤ ਸਾਰੇ ਬੰਦੇ ਹੋਰ ਸੀ ਜਿਨ੍ਹਾਂ ਨੇ ਜੂਨ 1984 ਦੇ ਉਸ ਘੱਲੂ ਘਾਰੇ ਦਾ ਦਰਦ ਜਿਹੜਾ ਸੀ ਉਹ ਸਹਾਰ ਨਹੀਂ ਸਕੇ। ਬੇਸ਼ੱਕ ਉਹ ਪਹਿਲਾਂ ਭਾਰਤ ਮਾਤਾ ਕੀ ਜੈ ਵਾਲੇ ਸੀ। ਉਹ ਕਹੋ ਵੀ ਜਿਹੜੇ ਆਪਣੇ ਧਾਰਮੀ ਫੌਜੀ ਆ ਜਿਨ੍ਹਾਂ ਦੀ ਆਪਾਂ ਪਿਛਲੇ ਦਿਨੀ ਗੱਲ ਕਰਕੇ ਹਟੇ ਆ, ਜਦੋਂ ਆਪਾਂ ਜੂਨ 84 ਦੇ ਸੰਬੰਧ ਵਿੱਚ ਪ੍ਰੋਗਰਾਮਾਂ ਦੇ ਵਿੱਚ ਚਰਚਾ ਕੀਤੀ ਆ, ਧਾਰਮੀ ਫੌਜੀ ਵੀ ਪਹਿਲਾਂ ਭਾਰਤ ਮਾਤਾ ਕੀ ਜੈ ਵਾਲੇ ਸੀ, ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਸਾਡੇ ਧਰਮ ਉੱਤੇ, ਧਰਮ ਸਥਾਨ ਉੱਤੇ ਹਮਲਾ ਹੋ ਗਿਆ, ਉਹਨਾਂ ਨੇ ਫਿਰ ਧਰਮ ਨੂੰ ਤਰਜੀਹ ਦੇ ਦਿੱਤੀ ਤੇ ਆਪਦੇ ਫਰਜ਼ ਨਿਭਾਏ, ਬੜੇ ਦਸੌਂਟੇ ਕੱਟੇ। ਤੋ ਅੱਜ ਤਾਂ ਮੈਂ ਤਾਂ ਸਰਿਆਂ ਵੀ ਕਹਿਣਾ ਕਿ ਜੇਕਰ 1984 ਮੌਕੇ ਸਾਡਾ ਬਚਾਅ ਹੋ ਸਕਿਆ ਨਾ, ਜਿਹੜੀ ਨਸਲਕੁਸ਼ੀ ਦੀ ਪਲੈਨਿੰਗ ਕੀਤੀ ਸੀ ਇੰਦਰਾ ਗਾਂਧੀ ਨੇ, ਉਹ ਤਾਂ ਹੋ ਸਕਿਆ ਕਿਉਂਕਿ ਆਹ ਗੱਲ ਉਹਨਾਂ ਨੇ ਸੋਚੀ ਹੋਈ ਨਹੀਂ ਸੀ ਵੀ ਕਿ ਫੌਜੀ ਵੀ ਸਿੱਖਾਂ ਦੇ ਸਿੱਖ ਫੌਜੀ ਹੈ ਜਿਹੜੇ ਉਹ ਬਗਾਵਤ ਕਰ ਦੇਣਗੇ। ਉਹਦੀ ਕਰਕੇ ਜਦੋਂ ਪਿੱਠ ਤੇ ਵਾਰ ਪਿਛਲੇ ਪਾਸੇ ਅਟੈਕ ਹੋ ਗਿਆ, ਫਿਰ ਉਹਨਾਂ ਨੂੰ ਪਿੱਛੇ ਨੂੰ ਭੱਜਣਾ ਪੈ ਗਿਆ ਵੀ ਮਗਰ ਆਪਾਂ ਘਰ ਸੰਭਾਲੋ ਆਪਦਾ। ਉਹ ਦਰਬਾਰ ਸਾਹਿਬ ਨੂੰ, ਪੰਜਾਬ ਨੂੰ ਨੇਸਤਾ ਨਾਬੂਦ ਕਰਨ ਦੇ ਲਈ ਤੁਰੇ ਇਹ ਫੌਜੀਆਂ ਨੂੰ ਪਿੱਛੇ ਨੂੰ ਭੱਜਣਾ ਪੈ ਗਿਆ। ਉਹ ਗੱਲ ਸਾਰੀ ਜਿਹੜੀ ਸੀ ਦੂਜੇ ਪਾਸੇ ਨੂੰ ਚਲੀ ਗਈ। ਤੇ ਦੂਜਾ ਹੈਗਾ ਆਪਣੇ ਭਾਈ ਦਿਲਾਵਰ ਸਿੰਘ ਦੀ ਗੱਲ, ਜਿਹਦੀ ਆ ਕੱਲ ਪਰਸੋਂ ਫੋਟੋ ਲਾਈ ਹੈ। ਇਦੋਂ ਪਹਿਲਾਂ ਤਾਂ ਬਾਦਲ ਐਂਡ ਕੰਪਨੀ ਨੂੰ ਭਾਰਤ ਮਾਤਾ ਕੀ ਜੈ ਜਿਹੜੀ ਹੋਈ ਸੀਗੀ, ਉਹ ਸੂਰਮੇ ਨੇ ਪਿੰਡੇ ਨਾਲ ਬੰਬ ਬੰਨ ਕੇ ਬੇਅੰਤੇ ਬੁੱਚੜ ਦਾ ਘਾਣ ਕਰਕੇ KPS ਗਿੱਲ ਨੂੰ ਵੀ ਕੰਪਨੀ ਛੇੜਤੀ। ਫਿਰ ਜਿੰਨੇ ਵੀ ਬੁੱਚੜ ਤੇ ਜ਼ਾਲਮ ਪੁਲਸੀਏ ਸੀ, ਚਾਹੇ ਉਹ ਡੇਲੋ ਵਾਲਾ ਦਰਸ਼ਨ ਸੀ, ਚਾਹੇ ਸੈਣੀ ਆ, ਚਾਹੇ ਪੈਂਕੀ ਕੈਟ ਆ, ਚਾਹੇ ਸ਼ਿਵ ਕੁਮਾਰ ਆ, ਚਾਹੇ ਸੰਤ ਕੁਮਾਰ ਆ, ਤੇ ਇਦਾਂ ਦੇ 200 ਪੁਲਿਸ ਅਫਸਰਾਂ ਦੀ ਇੱਕ ਬੜੀ ਲੰਬੀ ਚੌੜੀ ਲਿਸਟ ਵਾ ਜਿਨ੍ਹਾਂ ਨੇ ਸਾਡਾ ਘਾਣ ਕੀਤਾ। ਇਹਨਾਂ ਸਾਰਿਆਂ ਨੂੰ ਹੀ ਕੰਪਨੀਆਂ ਛੱਡ ਗਈਆਂ ਕਿ ਹੁਣ ਵੀ ਪਿੰਡੇ ਨਾਲ ਬੰਬ ਬੰਨੀ ਫਿਰਦੇ, ਅਗਲੇ ਹੁਣ ਨਹੀਂ ਖੈਰ ਕਰਦੇ। ਸੋ ਦਿਲਾਵਰ ਸਿੰਘ ਦੀ ਸ਼ਹੀਦੀ ਨੇ ਆ ਜਿਹੜੇ ਅਸੀਂ ਪੱਗਾਂ ਦਾੜੇ ਵਾਲੇ ਫਿਰਦੇ ਆ, ਜਿਹੜੇ ਅੱਜ ਕੱਲ ਆਮ ਆਦਮੀ ਪਾਰਟੀ ਮਗਰ ਲਾ ਕੇ ਤਿਰੰਗੇ ਚੱਕੀ ਫਿਰਦੇ ਆ, ਇਹ ਸਾਰੇ ਤਾਂ ਬਚੇ ਆ, ਨਹੀਂ ਇਹਨਾਂ ਚੋਂ ਕੋਈ ਨਹੀਂ ਸੀ ਬਚਣਾ। ਜਿਹੜੀ ਗੱਲ ਬਾਬਾ ਬੁੱਲੇ ਸ਼ਾਹ ਕਹਿੰਦਾ ਹੈ ਨਾ ਕਿ ਨਾ ਬਾਤ ਕਰੂੰ ਅਬ ਕੀ ਨਾ ਬਾਤ ਕਰੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਨਤ ਹੋਤੀ ਸਭ ਕੀ, ਉਹ ਗੱਲ ਹੀ ਹੁਣ ਵਾ ਵੀ ਜੇ ਭਾਈ ਦਿਲਾਵਰ ਸਿੰਘ ਵਰਗੇ ਸੂਰਮੇ ਆਪਦਾ ਫਰਜ਼ ਨਾ ਨਿਭਾਉਂਦੇ, ਬੇਅੰਤੇ ਬੁੱਚੜ ਵਰਗਿਆਂ ਦਾ ਭੋਗ ਨਾ ਪਾਉਂਦੇ, ਬੇਅੰਤੇ ਬੁੱਚੜ ਨੂੰ ਉਡਾਉਣ ਵਾਲੀ ਸਾਰੀ ਟੀਮ ਧੰਨਤਾ ਦੇ ਯੋਗ ਆ, ਪਰ ਭਾਈ ਦਿਲਾਵਰ ਸਿੰਘ ਵਰਗੀ ਕੁਰਬਾਨੀ ਜਦੋਂ ਪਤਾ ਹੋਵੇ ਨਾ ਬਈ ਆਹ ਬੰਬ ਜਦੋਂ ਚੱਲਿਆ ਤੇ ਮੇਰਾ ਕੀ ਹੋਣਾ, ਉਦੋਂ ਵੀ ਕੁਰਬਾਨੀ ਕਰਨ ਤੋਂ ਪਿੱਛੇ ਨਾ ਹਟਣਾ, ਇਹ ਬੜੀ ਵੱਡੀ ਗੱਲ। ਤੋਂ ਭਾਈ ਦਿਲਾਵਰ ਸਿੰਘ ਨੇ ਜਾਂ ਧਾਰਮੀ ਫੌਜੀਆਂ ਨੇ, ਇਹਨਾਂ ਨੇ ਬਹੁਤ ਆਲਾ ਦਰਜੇ ਦੀ ਸੇਵਾ ਕੀਤੀ ਆ, ਹੈ ਸੇਵਾ ਸਾਰਿਆਂ ਦੀ ਹੋਈ। ਹੁਣ ਜਿਹੜੇ ਵਿਸ਼ੇ ਤੇ ਆਪਾਂ ਗੱਲ ਕਰ ਰਹੇ ਹਾਂ ਉਧਰ ਨੂੰ ਆਈਏ ਵੀ 1984 ਦੇ ਵਿੱਚ ਖੁਸ਼ਵੰਤ ਸਿੰਘ ਨੇ ਜਿਹੜਾ ਉਹਨੂੰ ਦਿੱਤਾ ਹੋਇਆ ਸੀ ਨਾ ਇਹਨੇ ਪਦਮ ਭੂਸ਼ਣ ਇੱਕ ਅਵਾਰਡ ਜਿਹਾ, ਉਹ ਵਾਪਸ ਕਰਤਾ। ਹੁਣ ਇਹ ਸ਼ਖਸ ਉਹਨਾਂ ਵਿੱਚੋਂ ਆ ਜਿਹੜੇ ਭਾਰਤ ਮਾਤਾ ਕੀ ਜੈ ਬਿਨਾਂ ਜਿਹਨਾਂ ਦਾ ਪਾਲਣ ਨਹੀਂ ਲੰਘਦਾ, ਜਿਹੜੇ ਹਮੇਸ਼ਾ ਸਿੱਖਾਂ ਦੇ ਖਿਲਾਫ, ਇੱਥੋਂ ਤੱਕ ਕਿ ਜਦੋਂ 1999 ਚ ਖਾਲਸਾ ਪੰਥ ਦੀ ਸ਼ਤਾਬਦੀ ਬਣਾਈ ਗਈ ਆ ਸਿਰਜਣਾ ਦੀ,
ਇਹਨੂੰ ਬਾਦਲ ਦਲ ਵਾਲਿਆਂ ਨੇ ਸੱਦ ਕੇ ਇੱਥੇ ਅਨੰਦਪੁਰ ਸਾਹਿਬ ਮਾਨ ਸਨਮਾਨ ਦਿੱਤਾ ਤੇ ਇਹਨੇ ਮਜ਼ਾਕ ਨਾਲ ਕਟਾਕਸ਼ ਕੀਤਾ, ਵਿਅੰਗ ਕੀਤਾ ਕਿ ਮੈਂ ਤਾਂ ਕਦੇ ਸਿੱਖਾਂ ਦੇ ਹੱਕ 'ਚ ਲਿਖਿਆ ਨਹੀਂ, ਇਹ ਪਤਾ ਨਹੀਂ ਮੈਨੂੰ ਕਾਹਤੋਂ ਇੱਥੇ ਮਾਨ ਸਨਮਾਨ ਦਿੰਦੇ ਫਿਰਦੇ। ਇੰਨਾ ਮਾੜਾ, ਇੰਨੀ ਭੈੜੀ ਸੋਚ ਵਾਲਾ ਬੰਦਾ ਸੀ। ਖੁਸ਼ਵੰਤ ਸਿੰਘ ਦੀਆਂ ਕਿਤਾਬਾਂ ਜਾਂ ਲਿਖਤਾਂ ਹਮੇਸ਼ਾ ਅੱਡ-ਅੱਡ ਕਾਰਨਾਂ ਕਰਕੇ ਚਰਚਾ 'ਚ ਰਹੀਆਂ, ਵਿਵਾਦਾਂ 'ਚ ਰਹੀਆਂ। ਉਸ ਖੁਸ਼ਵੰਤ ਸਿੰਘ ਨੇ ਹਮੇਸ਼ਾ ਇੰਦਰਾ ਗਾਂਧੀ ਦੇ ਪਰਿਵਾਰ ਦੀ ਚਾਪਲੂਸੀ ਕੀਤੀ ਹੈ ਤੇ ਮੇਨਕਾ ਗਾਂਧੀ ਜਿਹੜੀ ਇੰਦਰਾ ਦੀ ਨੂੰਹ ਸੀ, ਸੰਜੇ ਦੀ ਘਰ ਵਾਲੀ ਸੀਗੀ, ਉਹਦੇ ਨਾਲ ਰਲ ਕੇ ਨੇ ਮੈਗਜ਼ੀਨ ਵੀ ਕੱਢਿਆ ਸੀ, ਇੱਕ ਸੂਰਿਆ ਮੈਗਜ਼ੀਨ ਛਪਦਾ ਹੁੰਦਾ ਸੀਗਾ, ਜਿਹਦੇ ਵਿੱਚ ਸੰਤ ਭਿੰਡਰਾਂ ਵਾਲਿਆਂ ਦੀ ਸ਼ਹੀਦੀ ਦੀ ਫੋਟੋ ਫਰੰਟ ਪੇਜ ਤੇ ਛਪੀ ਸੀ। ਬੜੇ ਉਹਦੇ 'ਚ ਤੱਤੇ ਕੰਟਰੋਵਰਸ਼ਲ ਵਿਵਾਦਾਂ ਵਾਲੇ ਲੇਖ ਛਪਦੇ ਹੁੰਦੇ ਸੀਗੇ। ਇੱਕ ਉਹਦੇ 'ਚ ਸ਼ੀ ਨਾਂ ਦਾ ਇੱਕ ਜਿਹੜਾ ਪਵਾੜੇ ਵਾਲਾ ਲੇਖ ਆ ਉਹ ਵੀ ਛਪਿਆ ਸੀ, ਜਿਹਦੇ ਬਾਰੇ ਬਹੁਤ ਚਰਚਾ ਚੱਲਦੀ ਰਹੀ ਆ ਕਿ ਉਹ ਇੰਦਰਾ ਗਾਂਧੀ ਬਾਰੇ ਸੀ। ਇਸੇ ਖੁਸ਼ਵੰਤ ਸਿੰਘ ਨੇ ਇੱਕ ਮਾਂ ਦੁਰਗੇਸ਼ਵਰੀ ਨਾਵਲ ਵੀ ਲਿਖਿਆ, ਜਿਹਦੇ ਵਿੱਚ ਇੰਦਰਾ ਗਾਂਧੀ ਦੇ ਪਰਿਵਾਰ ਦੇ ਬਾਰੇ, ਉਹਨਾਂ ਦੇ ਨਿੱਜੀ ਜਿਹੜੇ ਬਿਲਕੁਲ ਹੀ ਅੰਦਰੂਨੀ ਜਿਹੜੇ ਸੰਬੰਧ ਨੇ ਉਹਨਾਂ ਬਾਰੇ ਚਰਚਾ ਕੀਤੀ ਗਈ ਆ। ਬੜਾ ਵਿਵਾਦਤ ਜਿਹਾ ਨਾਵਲ ਉਹ ਮੰਨਿਆ ਜਾਂਦਾ। ਮੇਰਾ ਇਹ ਕਹਿਣ ਤੋਂ ਭਾਵ ਆ ਕਿ ਇਹ ਜਿਹੜਾ ਖੁਸ਼ਵੰਤ ਸਿੰਘ ਸੀਗਾ, ਇਹਨੂੰ ਵੀ ਤਿਰੰਗਾ ਝੰਡਾ, ਭਾਰਤੀ ਸੰਵਿਧਾਨ, ਭਾਰਤ ਮਾਤਾ ਕੀ ਜੈ ਦਾ ਬੁਖਾਰ ਬੜਾ ਚੜਿਆ ਰਹਿੰਦਾ ਸੀ। ਪਰ 1984 ਮੌਕੇ ਕਿਤੇ ਪੂਰਬਲੇ ਕਰਮ ਜਾਗ ਪਏ, ਕਿਉਂਕਿ ਹੈ ਤਾਂ ਸਿੱਖਾਂ ਦੇ ਘਰੇ ਜੰਮਿਆ ਸੀ। ਬਚਪਨ 'ਚ ਬਾਣੀ ਵਗੈਰਾ ਵੀ ਪੜ੍ਹੀ ਆ, ਸਿੱਖ ਇਤਿਹਾਸ ਦੀਆਂ ਕਿਤਾਬਾਂ ਵੀ ਕੁਝ ਲਿਖੀਆਂ ਨੇ। ਤੋਂ ਇਸ ਸ਼ਖਸ ਨੇ, ਖੁਸ਼ਵੰਤ ਸਿੰਘ ਨੇ, ਜਿਹੜਾ ਇਹਨੂੰ ਪਦਮ ਸ਼੍ਰੀ ਦਿੱਤਾ ਹੈ ਸੀ ਨਾ, ਇਹਨੇ ਵਾਪਸ ਕਰਤਾ ਰੋਸ ਵਜੋਂ। ਉਦੋਂ 1984 ਦੇ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਵੀ ਨੌਕਰੀ ਛੱਡਤੀ ਸੀ। ਇਵੇਂ ਸਰਦਾਰ ਹਰਿੰਦਰ ਸਿੰਘ ਖਾਲਸਾ, ਉਹਨੇ ਨੌਕਰੀ ਛੱਡਤੀ ਸੀ, ਉਹ ਰਾਜਦੂਤ ਸੀਗਾ ਨਾਰਵੇ ਦੇ ਵਿੱਚ। ਇਵੇਂ ਹੀ ਦਵਿੰਦਰ ਸਿੰਘ ਗਰਚਾ, ਉਹ ਪਾਰਲੀਮੈਂਟ ਦਾ ਮੈਂਬਰ ਸੀ ਕਾਂਗਰਸ ਦਾ, ਉਹਨੇ ਵੀ ਰਿਜ਼ਾਈਨ ਕਰਤਾ ਸੀ, ਅਸਤੀਫਾ ਦੇਤਾ ਸੀ। ਅਮਰਿੰਦਰ ਸਿੰਘ, ਜਿਹੜਾ ਕੈਪਟਨ ਅਮਰਿੰਦਰ ਸਿੰਘ ਹੈ, ਉਹ ਮਾਨ ਸਾਹਿਬ ਦਾ ਸਾਧੂ ਵੀ ਹੈ ਭਾਵੇਂ, ਤੇ ਇਹਨੇ ਵੀ ਪਾਰਲੀਮੈਂਟ ਤੋਂ ਤੇ ਕਾਂਗਰਸ ਤੋਂ ਅਸਤੀਫਾ ਦੇਤਾ ਸੀ। ਇਦਾਂ ਦੇ ਘੱਟੋ ਘੱਟ 50-60 ਵੱਡੇ ਅਹੁਦਿਆਂ ਦੇ ਉੱਤੇ ਬੈਠਣ ਵਾਲੇ ਲੋਕਾਂ ਨੇ ਦੇਸ਼ ਵਿਦੇਸ਼ ਦੇ ਵਿੱਚ ਆਪਦੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਭਾਰਤ ਦੇ ਇਸ ਸਿੱਖੀ ਉੱਤੇ ਹਮਲੇ ਦਾ ਵਿਰੋਧ ਜਤਾਇਆ ਸੀਗਾ। ਇਹਦੇ ਵਿੱਚ ਭਗਤ ਪੂਰਨ ਸਿੰਘ, ਜਿਹੜੇ ਪਿੰਗਲਵਾੜੇ ਵਿੱਚ ਸੇਵਾ ਕਰਦੇ, ਉਹ ਪਦਮ ਸ਼੍ਰੀ ਨਾਲ ਨਵਾਜੇ ਹੋਏ ਸੀ ਇੰਡੀਆ ਨੇ, ਉਹਨਾਂ ਨੇ ਵੀ ਰਿਜ਼ਾਈਨ ਜਿਹੜਾ ਸੀਗਾ ਦੇਤਾ ਸੀ। ਮਾਫ ਕਰਨਾ ਜੀ, ਉਹਨਾਂ ਨੇ ਪਦਮ ਸ਼੍ਰੀ ਵਾਪਸ ਕਰਤਾ ਸੀ। ਖੈਰ, ਜਿਹੜੀ ਗੱਲ ਖੁਸ਼ਵੰਤ ਸਿੰਘ ਦੀ ਆ, ਜਿਹਨੂੰ ਪਹਿਲਾਂ ਇਹ ਲੱਗਦਾ ਸੀ ਕਿ ਭਾਰਤ ਬੜਾ ਵਧੀਆ ਮੁਲਕ ਆ ਜੀ, ਇੱਥੇ ਸਾਰੇ ਧਰਮਾਂ ਦਾ ਸਤਿਕਾਰ ਆ ਜੀ, ਠੀਕ ਆ ਕਿ ਹਰ ਕੌਮ ਦੇ, ਹਰ ਧਰਮ ਦੇ ਕੁਝ ਮਸਲੇ ਹੁੰਦੇ ਆ, ਸਿੱਖਾਂ ਦੇ ਵੀ ਹੋਣਗੇ, ਪਰ ਇਹ ਫਿਰ ਵੀ ਮੁਲਕ ਬਹੁਤ ਵਧੀਆ। ਇਹ ਗੱਲ ਕਹਿਣ ਵਾਲੇ ਅੱਜ ਵੀ ਬਥੇਰੇ ਟੱਕਰਦੇ ਆ। ਕੁਝ ਟੀਵੀ ਚੈਨਲਾਂ ਦੇ ਪੱਤਰਕਾਰ ਨੇ ਜਿਹੜੇ ਇਹ ਨੈਰੇਟਿਵ ਚਲਾਉਣ ਦੇ ਵਿੱਚ ਲੱਗੇ ਰਹਿੰਦੇ ਨੇ ਕਿ ਠੀਕ ਆ ਜੀ, ਮੰਨ ਲੈਂਦੇ ਆ ਕਿ ਸਿੱਖਾਂ ਦੀਆਂ ਕੁਝ ਸਮੱਸਿਆਵਾਂ ਨੇ, ਪਰ ਹਰ ਮੁਲਕ ਵਿੱਚ ਵਸਦੇ ਲੋਕਾਂ ਦੀਆਂ ਸਮੱਸਿਆਵਾਂ ਹੁੰਦੀਆਂ ਨੇ, ਘੱਟ ਗਿਣਤੀ ਦੀਆਂ ਸਮੱਸਿਆਵਾਂ ਹੁੰਦੀਆਂ ਨੇ। ਫਿਰ ਤਾਂ ਹਰ ਮੁਲਕ ਦੀਆਂ ਘੱਟ ਗਿਣਤੀ ਦੇ ਜਿਹੜੇ ਲੋਕ ਨੇ, ਜਦੋਂ ਉਹਨਾਂ ਨੂੰ ਆਪਦੇ ਮੁਲਕ ਦੇ ਨਿਜ਼ਾਮ ਤੋਂ ਕੋਈ ਪ੍ਰੋਬਲਮ ਹੋਏਗੀ, ਫਿਰ ਉਹ ਕਹਿਣਗੇ ਕਿ ਸਾਨੂੰ ਜੀ ਅੱਡ ਕਰ ਦਿਓ, ਖਾਲਿਸਤਾਨ ਦੇ ਦਿਓ, ਜਿਵੇਂ ਸਿੱਖ ਖਾਲਿਸਤਾਨ ਮੰਗਦੇ ਆ। ਵੀ ਖਾਲਿਸਤਾਨ ਤੋਂ ਬਿਨਾਂ ਵੀ ਗੱਲ ਹੋਣੀ ਚਾਹੀਦੀ ਹੈ। ਇਦਾਂ ਦੀਆਂ ਗੱਲਾਂ ਕਰਨ ਵਾਲੇ, ਇਹੋ ਜਿਹੀਆਂ ਮੱਤਾਂ ਦੇਣ ਵਾਲੇ ਬੜੇ ਲੋਕ ਨੇ। ਜਦੋਂ ਖੁਸ਼ਵੰਤ ਸਿੰਘ ਨੇ ਆਪਦੇ ਗੁੱਸੇ 'ਚ ਆ ਕੇ, ਰੋਸ ਵਿੱਚ ਆ ਕੇ, ਉਹ ਜਿਹੜਾ ਪਦਮ ਭੂਸ਼ਣ ਸੀ ਉਹ ਵਾਪਸ ਕੀਤਾ ਨਾ, ਅਗਲੇ ਦਿਨ ਫਿਰ ਜਿਹੜਾ ਉਹਨੇ ਆਪਦਾ ਲਿਖਿਆ ਉਹ ਆਪਾਂ ਪੜ੍ਹਦੇ ਆ। ਉਹਨੇ ਇਹ ਕਿਹਾ ਸੀ ਵੀ ਅਗਲੀ ਸਵੇਰ ਮੇਰੇ ਖਿਲਾਫ ਤੂਫਾਨ ਖੜਾ ਹੋ ਗਿਆ। ਮੇਰੇ ਖਿਲਾਫ ਜਿਹੜਾ ਤੂਫਾਨ ਆ, ਉਹ 'ਚ ਚਿੱਠੀਆਂ ਬਹੁਤ ਆਈਆਂ। ਜਿਹੜੀਆਂ ਚਿੱਠੀਆਂ ਸੀ ਉਹ ਲਿਖੀਆਂ ਸੀ ਲਾਲਿਆਂ ਨੇ, ਹਿੰਦੂਆਂ ਨੇ, ਤੇ ਤਾਰਾਂ ਜਿਹੜੀਆਂ ਸੀ ਉਹ ਸਿੱਖਾਂ ਨੇ ਲਿਖੀਆਂ ਸੀ। ਤੇ ਹਰੇਕ ਸਿੱਖ ਜਿਹੜਾ ਸੀ ਉਹਨੇ ਮੇਰੇ ਇਸ ਕਰਮ ਨੂੰ ਸਲਾਹਿਆ ਸੀ। ਇੱਥੇ ਇਹ ਗੱਲ ਚੇਤੇ ਰੱਖਣ ਵਾਲੀ ਆ ਕਿ ਪਦਮ ਭੂਸ਼ਣ ਵਾਪਸ ਕਰਨ ਤੋਂ ਪਹਿਲਾਂ ਸਿੱਖ ਕੌਮ ਦੇ ਵਿੱਚ ਕੋਈ ਬਹੁਤਾ ਜ਼ਿਆਦਾ ਸਤਿਕਾਰ ਨਹੀਂ ਸੀ ਜਾਂਦਾ ਖੁਸ਼ਵੰਤ ਸਿੰਘ ਨੂੰ। ਜਿਹੜੇ ਰੱਦੀ ਜਿਹੇ ਕਿਸਮ ਦੇ ਸਿੱਖ ਹੁੰਦੇ ਆ, ਜਿਨ੍ਹਾਂ ਦਾ ਅਕੀਦਾ ਤੇ ਸਿਦਕ ਕੱਚਾ ਹੁੰਦਾ, ਉਹ ਜ਼ਰੂਰ ਖੁਸ਼ਵੰਤ ਸਿੰਘ ਨੂੰ ਕੋਈ ਪਿਆਰ ਪੂਰ ਕਰਦੇ ਹੋਣਗੇ, ਪਰ ਬਹੁਤੇ ਲੋਕਾਂ ਲਈ ਉਹ ਕੋਈ ਚੰਗਾ ਬੰਦਾ ਨਹੀਂ ਸੀ। ਤੋਂ ਖੁਸ਼ਵੰਤ ਸਿੰਘ ਜਿਹੜਾ ਸੀ, ਜਦੋਂ ਉਹਨੇ ਪਦਮ ਭੂਸ਼ਣ ਵਾਪਸ ਕੀਤਾ ਤਾਂ ਸਾਰੇ ਸਿੱਖਾਂ ਨੇ ਕਿਹਾ ਵੀ ਚਲੋ, ਇਸ ਵੇਲੇ ਤਾਂ ਇਹਨੇ ਆਪਦੀ ਸਰਦਾਰ ਹੋਣ ਦੀ, ਸਿੱਖ ਹੋਣ ਦੀ, ਪੱਗ ਉਧਾੜੇ ਵਾਲੇ ਹੋਣ ਦੀ ਕੋਈ ਮਾੜੀ ਮੋਟੀ ਤਾਂ ਲਾਜ ਰੱਖੀ ਆ, ਪਦਮ ਭੂਸ਼ਣ ਵਾਪਸ ਕੀਤਾ। ਤੋਂ ਸਿੱਖਾਂ ਨੇ ਤਾਰਾਂ ਪਾਈਆਂ, ਉਹਨੂੰ ਤਾਰ ਪਾ ਕੇ ਉਹਨੂੰ ਕਿਹਾ ਕਿ ਭਾਈ ਤੂੰ ਵਧੀਆ ਕੀਤਾ।
ਦੂਜੇ ਪਾਸੇ ਹਿੰਦੂ ਉਹਨਾਂ ਨੇ ਚਿੱਠੀਆਂ ਪਾਈਆਂ ਜਿਹਦੇ ਵਿੱਚ ਉਹਨਾਂ ਨੇ ਉਹਨੂੰ ਗਾਲਾਂ ਕੱਢੀਆਂ ਗੰਦੀਆਂ ਤੇ ਮਾੜੇ ਤੋਂ ਮਾੜੇ ਲਫ਼ਜ਼ ਵਰਤੇ, ਗਦਾਰ ਕਿਹਾ, ਭਿੰਡਰਾਂਵਾਲੇ ਦਾ ਪ੍ਰਤੀਨਿਧ ਕਿਹਾ ਤੇ ਜਿਹੜੀਆਂ ਗੱਲਾਂ ਹੋਰ ਕੀਤੀਆਂ ਉਹਨੇ ਆਪ ਤਾਂ ਲਿਖੀਆਂ ਸੀ ਤਾਂ ਬੋਲ ਵੀ ਨਹੀਂ ਸਕਦੇ, ਜਿਹੜੀਆਂ ਗੱਲਾਂ ਉਹਨਾਂ ਨੇ ਉਸ ਮੌਕੇ ਕੀਤੀਆਂ। ਤੇ ਉਹ ਕਹਿੰਦਾ ਵੀ ਮੈਨੂੰ ਟੈਲੀਫੋਨ ਤੇ ਬਹੁਤ ਗਾਲਾਂ ਕੱਢਦੇ ਰਹੇ ਤੇ ਮੈਂ ਬਹੁਤ ਜ਼ਿਆਦਾ ਨਿਰਾਸ਼ਤਾ ਨਾਲ ਭਰ ਗਿਆ, ਕਿਉਂਕਿ ਮੈਂ ਸਮਝਦਾ ਸੀਗਾ ਵੀ ਸਿੱਖ ਤੇ ਮੁਸਲਮਾਨ ਆ ਜਿਹੜੇ ਇਹ ਤਾਂ ਔਲਾਰ ਜੇ ਨੇ, ਕੱਟੜਵਾਦੀ ਜੇ ਨੇ, ਪਰ ਹਿੰਦੂ ਬੜਾ ਲਿਬਰਲ ਆ, ਹਿੰਦੂ ਬੜੇ ਚੰਗੇ ਨੇ, ਸਹਿਣਸ਼ੀਲ ਨੇ। ਪਰ ਇਹ ਮੇਰਾ ਭਰਮ ਟੁੱਟ ਗਿਆ ਤੇ ਉਸ ਮੌਕੇ ਜਿਨ੍ਹਾਂ ਨੂੰ ਮੈਂ ਲਿਬਰਲ ਸਮਝਦਾ ਸੀ, ਉਦਾਰਵਾਦੀ ਸਮਝਦਾ ਸੀ, ਵੀ ਖੁੱਲੇ ਮਨ ਵਾਲੇ ਬੰਦੇ ਆ ਜੀ, ਕਮਾਲ ਵਾ, ਉਹਨਾਂ ਚੋਂ ਟਾਈਮਜ਼ ਆਫ ਇੰਡੀਆ ਦਾ ਐਡੀਟਰ ਗਿਰੀਲਾਲ ਜੈਨ, MK ਕਾਮਥ ਤੇ ਜਿਹੜਾ ਸੀਗਾ ਲੈਸਟਰਡ ਵੀਕਲੀ ਦਾ ਐਡੀਟਰ, NC ਮੈਨਰ ਜਿਹੜਾ ਹਿੰਦੁਸਤਾਨ ਟਾਈਮਜ਼ ਦਾ ਐਡੀਟਰ ਸੀ, ਵਿਨੋਦ ਮਹਿਤਾ ਸੰਡੇ ਅਬਜ਼ਰਵਰ ਦਾ ਐਡੀਟਰ, ਇਹਨਾਂ ਸਾਰਿਆਂ ਨੇ ਗੱਡ ਕੇ ਕਹਿੰਦਾ ਮੇਰੇ ਖਿਲਾਫ ਲੇਖ ਲਿਖੇ ਜਿਨ੍ਹਾਂ ਨੂੰ ਮੈਂ ਲਿਬਰਲ ਬੰਦੇ ਸਮਝਦਾ ਸੀ। ਇਹ ਖੁਸ਼ਵੰਤ ਸਿੰਘ ਦੀ ਗੱਲ ਆ, ਜਿਹੜਾ ਖੁਸ਼ਵੰਤ ਸਿੰਘ ਆ ਜਿਹੜੇ ਹੁਣ ਤਿਰੰਗੇ ਝੰਡੇ ਚੱਕੀ ਫਿਰਦੇ, ਇਹਨਾਂ ਸਾਰਿਆਂ ਨਾਲੋਂ ਵੱਡਾ ਦੇਸ਼ ਭਗਤ ਬਣਿਆ ਫਿਰਦਾ ਹੁੰਦਾ ਸੀ, ਇਹਨਾਂ ਸਾਰਿਆਂ ਨਾਲੋਂ ਬਾਹਰ ਆਪਦੇ ਆਪ ਨੂੰ ਇੰਦਰਾ ਦੇ ਨੇੜੇ ਸਮਝਦਾ ਹੁੰਦਾ ਸੀ। ਉਹਨੇ ਜਿਹੜਾ ਕੁਝ ਲਿਖਿਆ ਉਹਦਾ ਨਕਸ਼ਲ ਐਂਡੋ ਨੇ ਇਸ ਗੱਲ 'ਚ ਕੀਤਾ ਵੀ ਪਹਿਲੀ ਵਾਰ ਇਹਨਾਂ ਭੱਦਰ ਪੁਰਸ਼ਾਂ ਨੇ ਮੈਨੂੰ ਯਕੀਨ ਦਿਵਾਇਆ ਕਿ ਮੈਂ ਸੈਕੂਲਰ ਇੰਡੀਆ ਵਿੱਚ ਨਹੀਂ ਸਗੋਂ ਇੱਕ ਹਿੰਦੂ ਇੰਡੀਆ ਵਿੱਚ ਰਹਿ ਰਿਹਾ। ਸੋ ਜਿਹੜੇ ਲੋਕ ਅੱਜ ਤਿਰੰਗੇ ਝੰਡੇ ਚੱਕ ਕੇ ਭਾਰਤ ਮਾਤਾ ਦੇ ਲਾਡਲੇ ਬਣ ਕੇ ਦਿਖਾਉਂਦੇ ਆ, ਇਹਨਾਂ ਦੇ ਗਲਾਂ 'ਚ ਪੈਰ ਨਹੀਂ ਨਾ ਪਿਆ ਹਜੇ। ਜਿਹੜੀ ਗੱਲ ਅਗਲੀ ਆ ਖੁਸ਼ਵੰਤ ਸਿੰਘ ਦੀ, ਉਹ ਵੀ ਆਪਾਂ ਵਿਚਾਰ ਲਈਏ ਵੀ ਜਿੱਦਣ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਉਦੋਂ ਜੋ ਇਹਦੇ ਨਾਲ ਵਾਪਰੀ ਉਹ ਤਾਂ ਇਹਨੇ ਦੱਸੀ ਹੋਈ ਆ। ਹੁਣ ਅਗਲੀ ਗੱਲ ਦੀ ਮੌਜ ਮੇਲਾ ਕਿਤਾਬ ਆ, ਕਦੇ ਪੜ੍ਹੋ, ਉਹਦੇ ਵਿੱਚ ਉਹ ਲਿਖਦਾ ਹੈ ਕਿ ਜਦੋਂ ਇੰਦਰਾ ਦੇ ਮਰਡਰ ਤੋਂ ਬਾਅਦ, ਕਤਲ ਤੋਂ ਬਾਅਦ ਸਾਰੇ ਮੁਲਕ ਵਿੱਚ ਸਿੱਖਾਂ ਦਾ ਕਤਲੇਆਮ ਹੋ ਰਿਹਾ ਸੀ, ਨਸਲਕੁਸ਼ੀ ਹੋ ਰਹੀ ਸੀ, ਉਸ ਮੌਕੇ ਮੈਂ ਸਵੀਡਨ ਦੀ ਅੰਬੈਸੀ 'ਚ ਲੁਕਿਆ ਰਿਹਾ। 3 ਰਾਤਾਂ 3 ਦਿਨ ਇਹਨੇ ਸਿਰੀ ਚੱਕ ਕੇ ਨਹੀਂ ਦੇਖਿਆ। ਜਿਹੜਾ ਬੰਦਾ ਆਪਦੇ ਆਪ ਨੂੰ ਭਾਰਤ ਦਾ ਬੜਾ ਚੋਟੀ ਦਾ ਬੰਦਾ ਸਮਝਦਾ ਸੀ, ਆਪਾਂ ਤਾਂ ਗਾਂਧੀ ਪਰਿਵਾਰ ਦੇ ਨੇੜੇ ਆ, ਜਿਹੜੇ ਇੱਥੇ ਤਿਰੰਗੇ ਚੱਕੇ ਫਿਰਦੇ ਆ ਨਾ, ਆ ਜਿਹੜਾ ਕੁਝ ਅੱਜ ਹੋ ਰਿਹਾ ਭਾਰਤ ਵਿੱਚ, ਥਾਂ ਥਾਂ ਤੇ ਰੇਲਾਂ ਨੂੰ ਅੱਗਾਂ ਲੱਗ ਰਹੀਆਂ ਨੇ, ਤੇ ਜਿਹੜਾ ਤੁਸੀਂ ਆਹ ਪੰਪ ਦੇ ਰਹੇ ਹੋ ਜੀ ਅਸੀਂ ਬੜੇ ਦੇਸ਼ ਭਗਤਾਂ ਤੇ ਆ ਜੀ ਮਾਨ ਹੁਣੀ ਕਿਰਪਾਨ ਚੁਕਾਉਂਦੇ ਆ, ਇਹ ਆਮ ਆਦਮੀ ਪਾਰਟੀ ਵਾਲਿਓ ਆਪਦੇ ਮਨ ਚੋਂ ਵਹਿਮ ਕੱਢ ਦਿਓ। ਉੱਥੇ ਕਿਸੇ ਨੇ ਆਧਾਰ ਕਾਰਡ ਨਹੀਂ ਚੈੱਕ ਕਰਨਾ ਪਹਿਲਾਂ, ਗਲ 'ਚ ਟਾਇਰ ਪਾਉਣ ਤੋਂ ਪਹਿਲਾਂ। ਬੜਿਆਂ ਨੂੰ ਵਹਿਮ ਸੀ ਜਨਰਲ ਹਰਬਖਸ਼ ਸਿੰਘ ਜਾਂ ਮੇਜਰ ਜਨਰਲ ਜਗਜੀਤ ਸਿੰਘ ਅਰੋੜਾ, ਇਹੋ ਜਿਹੇ ਘੱਟੋ ਘੱਟ 200 ਵੱਡੀਆਂ ਨਾਮਵਰ ਸ਼ਖਸੀਅਤਾਂ ਨੂੰ 1984 'ਚ ਅਕਲ ਆਈ ਵੀ ਆ ਸਾਡਾ ਮੁਲਕ ਹੈ, ਆਹ ਸਾਡੇ ਨਾਲ ਹੋ ਰਿਹਾ ਇਸ ਮੁਲਕ 'ਚ। ਤੇ ਜਿਹੜਾ ਆਹ ਭਾਰਤ ਦਾ ਪ੍ਰਧਾਨ ਮੰਤਰੀ ਬਣਦਾ ਰਿਹਾ ਡਾਕਟਰ ਮਨਮੋਹਨ ਸਿੰਘ, ਇਹਦੀ ਸੁਣ ਲਓ। ਖੁਸ਼ਵੰਤ ਸਿੰਘ ਲਿਖਦਾ ਆਪਦੀ ਕਿਤਾਬ 'ਚ ਮੌਜ ਮੇਲਾ 'ਚ ਵੀ ਕਤਲੇਆਮ ਤੋਂ ਬਾਅਦ ਮੈਨੂੰ ਮਿਲਿਆ ਤੇ ਮੈਂ ਇਹਨੂੰ ਆਖਿਆ ਵੀ ਹਾਂ ਬਈ ਕੀ ਹਾਲ ਚਾਲ ਆ ਬੱਚੇ। ਉਹ ਕਹਿਣ ਲੱਗਿਆ ਬਈ ਜੀ ਮੈਂ ਜਿੱਥੇ ਰਹਿਣਾ, ਜਿਸ ਇਲਾਕੇ 'ਚ ਰਹਿਣਾ, ਉੱਥੇ ਬੜੀ ਵੱਡੀ ਭੀੜ ਜਿਹੜੀ ਸੀ, ਵਹਿਸ਼ੀ ਭੀੜ ਕਤਲੇਆਮ ਕਰਨ ਲਈ, ਸਿੱਖਾਂ ਦੇ ਘਰਾਂ 'ਚ ਵੜ ਕੇ ਕਤਲੋਗਾਰਤ ਕਰਨ ਲਈ ਜਦੋਂ ਆ ਰਹੀ ਸੀ ਤੇ ਮੇਰਾ ਜਵਾਈ ਬਾਹਰ ਨਿਕਲਿਆ। ਡਾਕਟਰ ਮਨਮੋਹਨ ਸਿੰਘ ਦੀ ਜਿਹੜੀ ਬੇਟੀ ਆ ਦਮਨ ਸਿੰਘ, ਉਹਨੇ ਕਿਤਾਬ ਵੀ ਲਿਖੀ ਆ ਪਿੱਛੇ ਜੇ ਆਪਦੇ ਪਰਿਵਾਰ ਬਾਰੇ, ਬੜੀ ਚਰਚਾ 'ਚ ਕਿਤਾਬ ਉਹਨੇ ਵੀ ਲਿਖੀ ਆ ਇਹ ਗੱਲ। ਤੇ ਖੁਸ਼ਵੰਤ ਸਿੰਘ ਨੂੰ ਦੱਸਦਾ ਮਨਮੋਹਨ ਸਿੰਘ, ਕਹਿੰਦਾ ਵੀ ਜਦੋਂ ਉਹ ਬਾਹਰ ਦੇਖਿਆ ਵੀ ਹਜੂਮ ਆ ਗਿਆ ਤਾਂ ਮੇਰਾ ਜਿਹੜਾ ਜਵਾਈ ਆ ਹਿੰਦੂ ਆ, ਹਿੰਦੂਆਂ ਨੂੰ ਵਿਆਹੀ ਆ ਕੁੜੀ, ਚਲੋ ਉਹਦੀ ਮਰਜ਼ੀ, ਉਹਨੇ ਲਵ ਮੈਰਿਜ ਕਰਾਈ ਆ ਜਾਂ ਅਰੇਂਜ ਮੈਰਿਜ ਆ, ਇਹ ਤਾਂ ਵਾਹਿਗੁਰੂ ਜਾਣੇ। ਪਰ ਉਹ ਕਹਿੰਦਾ ਮੇਰਾ ਜਵਾਈ ਬਾਹਰ ਨਿਕਲਿਆ ਮੇਰੇ ਤੇ ਉਹਨੇ ਕਿਹਾ ਵੀ ਇਹ ਤਾਂ ਹਿੰਦੂ ਦਾ ਘਰ, ਤਾਂ ਮੇਰਾ ਘਰ ਵਾ। ਉਹ ਭੀੜ ਕਹਿੰਦੀ ਨਹੀਂ ਇੱਥੇ ਤਾਂ ਡਾਕਟਰ ਮਨਮੋਹਨ ਸਿੰਘ ਆ, ਦੇਖੋ ਸਿੰਘ ਲਿਖਿਆ ਹੋਇਆ। ਉਹ ਕਹਿੰਦਾ ਜੀ ਨਹੀਂ ਇਹ ਤਾਂ ਮੈਂ ਲੈ ਲਿਆ ਮੁੱਲ, ਉਹਨੇ ਜੋ ਮਰਜ਼ੀ ਗੱਲਾਂ ਬਾਤਾਂ ਝੂਠ ਤੂਫਾਨ ਬੋਲ ਕੇ ਵੇਲੇ ਨੇ ਕਹਿੰਦਾ ਮੋੜਤੇ ਸੀ। ਖੁਸ਼ਵੰਤ ਸਿੰਘ ਕਹਿੰਦਾ ਵੀ ਤੇਰੇ ਤਾਂ ਕਹਿੰਦਾ ਹਿੰਦੂ ਜਵਾਈ ਕੰਮ ਆ ਗਿਆ। ਹੁਣ ਇਹਦੇ ਗੱਲ ਦੇ ਅਰਥ ਇਹ ਨਿਕਲਦੇ ਆ ਵੀ ਜਿਨ੍ਹਾਂ ਦੇ ਹਿੰਦੂ ਜਵਾਈ ਨਹੀਂ ਹੈਗੇ ਨਾ, ਉਹ ਪੰਜਾਬ ਦੇ ਵਿੱਚ ਜਾਂ ਭਾਰਤ ਵਿੱਚ ਹਿੰਦੂਆਂ ਦੇ ਕਤਲੇਆਮ ਦੇ ਲਈ ਤਿਆਰ ਰਹੇ। ਜਾਂ ਤਾਂ ਹਿੰਦੂਆਂ ਨੂੰ ਧੀਆਂ ਦੇ ਦਿਓ ਡਾਕਟਰ ਮਨਮੋਹਨ ਸਿੰਘ ਵਾਂਗੂ, ਫੇਰ ਤਾਂ ਚਾਹੇ ਪ੍ਰਧਾਨ ਮੰਤਰੀ ਬਣੇ ਫਿਰ ਉਹ। ਤੇ ਅਗਲੀ ਗੱਲ ਹੋਰ ਹੈ ਕਿ ਡਾਕਟਰ ਮਨਮੋਹਨ ਸਿੰਘ ਦਾ ਸਕਾ ਸਾਲਾ ਬੀਬੀ ਗੁਰਸ਼ਰਨ ਕੌਰ ਦਾ ਭਰਾ ਪਟਿਆਲੇ ਦੇ ਮਾਫ ਕਰਨਾ ਕਲਕੱਤੇ ਦੇ ਵਿੱਚ ਇਸ ਵਹਿਸ਼ਤ ਦਾ ਸ਼ਿਕਾਰ ਹੋਇਆ।
ਵੱਢ ਦਿੱਤਾ ਗਿਆ, ਮਾਰ ਦਿੱਤਾ ਗਿਆ। ਤੇ ਜੇਕਰ ਆਪਾਂ ਹਿਸਾਬ ਲਾਈਏ ਬਈ ਜਦੋਂ ਡਾਕਟਰ ਮਨਮੋਹਨ ਸਿੰਘ ਦੇ ਕੋਲ ਕਾਂਗਰਸ ਦੇ ਲੀਡਰ ਘਰੇ ਮਿਲਣ ਆਉਂਦੇ ਹੋਣਗੇ, ਉਦੋਂ ਇਸ ਬੀਬੀ ਗੁਰਸ਼ਰਨ ਕੌਰ ਨੂੰ, ਜਿਹੜੀ ਡਾਕਟਰ ਮਨਮੋਹਨ ਸਿੰਘ ਦੀ ਘਰ ਵਾਲੀ ਆ, ਉਹਨੂੰ ਕੀ ਮਹਿਸੂਸ ਹੁੰਦਾ ਹੋਊਗਾ ਵੀ ਇਹਨਾਂ ਨੇ ਮੇਰਾ ਭਰਾ ਵੱਢਿਆ। ਪਰ ਕਿੱਥੇ ਆਉਂਦਾ ਹੋਊਗਾ, ਮੈਨੂੰ ਤਾਂ ਲੱਗਦਾ ਨਹੀਂ, ਕਿਉਂਕਿ ਜੇ ਉਹਨੂੰ ਆਉਂਦਾ ਹੋਵੇ ਫਿਰ ਉਹ ਡਾਕਟਰ ਮਨਮੋਹਨ ਸਿੰਘ ਨੂੰ ਕਾਂਗਰਸ ਵਿੱਚ ਹੀ ਕਿਉਂ ਰਹਿਣ ਦਿੰਦੀ। ਇੱਥੇ ਸਾਡੇ ਘਰਾਂ ਪਰਿਵਾਰਾਂ 'ਚ ਆਮ ਜੇ ਕਿਸੇ ਦਾ ਸ਼ਰੀਕੇ ਕਬੀਲੇ 'ਚ ਬੋਲ ਕਬੋਲ ਹੋ ਜਾਵੇ, ਸਾਨੂੰ ਤਾਂ ਉਹਨਾਂ ਨਾਲ ਵੀ ਵਰਤਣ ਤੋਂ ਔਖ ਲੱਗਦੀ ਹੈ। ਤੇ ਇੱਧਰ ਪੂਰੀ ਕੌਮ ਦੇ ਦੁਸ਼ਮਣਾਂ ਨਾਲ ਕਾਂਗਰਸ ਨਾਲ ਮਿਲ ਕੇ ਅਗਲੇ ਸਰਕਾਰਾਂ ਵੀ ਹੰਢਾਈ ਜਾਂਦੇ ਆ, ਤੇ ਉੱਪਰ ਦੀ ਕਹਿੰਦੇ ਅਸੀਂ ਵੀ ਸਿੱਖ ਹਾਂ ਜੀ। ਇੱਕ ਇਹੋ ਜਿਹਾ ਮਾਹੌਲ ਬਣ ਗਿਆ ਇਸ ਮੁਲਕ ਦੇ ਵਿੱਚ ਕਿ ਸਿੱਖਾਂ ਨੂੰ ਆਪਦੀ ਵਫਾਦਾਰੀ ਦਿਖਾਉਂਦਿਆਂ ਨੂੰ ਵੀ ਗਲਾਂ 'ਚ ਟਾਇਰ ਪਵਾਉਣੇ ਪੈ ਰਹੇ। ਬੜੀ ਵੱਡੀ ਭਾਰੀ ਇਸ ਮੌਕੇ ਅਕਲ ਸਿੱਖਾਂ ਨੂੰ ਲੈਣੀ ਚਾਹੀਦੀ ਸੀ ਸਦਾ ਲਈ, ਤੇ ਲਈ ਵੀ। 1984 ਤੋਂ ਬਾਅਦ ਕੌਮ ਨੇ ਇਹ ਮੰਨ ਲਿਆ ਕਿ ਸਾਡਾ ਨਾਤਾ ਇੰਡੀਆ ਨਾਲੋਂ ਸਦਾ ਲਈ ਟੁੱਟ ਗਿਆ। ਉਸ ਤੋਂ ਬਾਅਦ ਵਿੱਚ ਭਾਰਤ ਮੁਲਕ ਦੀਆਂ ਖੁਫੀਆ ਏਜੰਸੀਆਂ ਨੇ ਅੱਡ-ਅੱਡ ਜੇਲ੍ਹਾਂ 'ਚ ਨਜ਼ਰਬੰਦ ਅਕਾਲੀ ਲੀਡਰਾਂ ਨੂੰ, ਹੋਰ ਦੁਮ ਛੱਲਿਆਂ ਨੂੰ, ਪਿੱਛ ਲੱਗਾ ਨੂੰ ਇਹ ਲਾਲਚ ਦਿੱਤੇ ਕਿ ਤੁਸੀਂ ਬਣੋ ਪੰਜਾਬ 'ਚ ਮੁੱਖ ਮੰਤਰੀ, ਤੁਸੀਂ ਬਣੋ ਪ੍ਰਧਾਨ ਮੰਤਰੀ, ਤੁਸੀਂ ਕੀ ਲੈਣਾ, ਠੀਕ ਆ ਜਿਹੜਾ ਬਣਾਉਣਾ ਸੀ ਹੋ ਗਿਆ। ਉਦੋਂ ਜਿਹੜੇ ਅਸਲੀ ਪੰਥਕ ਸੋਚ ਤੇ ਖੜੇ ਸਿੱਖ ਸੀ, ਉਹ ਕਹਿੰਦੇ ਸੀ ਸਾਨੂੰ ਜਿਸ ਮੁਲਕ ਨੇ ਨਸਲਕੁਸ਼ੀ ਕੀਤੀ, ਸਾਡਾ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ, ਸਾਡਾ ਇੰਨਾ ਭਾਰੀ ਨੁਕਸਾਨ, ਆਪਣਾ ਇਹਦੇ ਨਾਲ ਕੋਈ ਲਿੰਕ ਨਹੀਂ ਰਹਿ ਗਿਆ। ਆਓ ਹੁਣ ਆਪਾਂ ਆਪਦੀ ਕੌਮ ਦਾ ਘਰ ਬਣਾਉਣ ਲਈ ਜਥੇਬੰਦ ਹੋਈਏ, ਯਤਨਸ਼ੀਲ ਹੋਈਏ। ਪਰ ਬਰਨਾਲੇ ਵਰਗੇ, ਲੌਂਗੋਵਾਲ ਵਰਗੇ, ਇਹਨਾਂ ਨੇ ਸਭ ਤੋਂ ਪਹਿਲਾਂ ਜੱਫਾ ਪਾ ਲਿਆ ਸਿਆਸਤ ਨੂੰ। ਇਹ 1985 ਚ ਸਰਕਾਰਾਂ ਬਣਾਉਣ ਤੁਰ ਪਏ, ਬਾਅਦ ਫਿਰ ਬਾਦਲਾਂ ਵਾਲੇ ਆ ਗਏ, ਫਿਰ ਤਾਂ ਗਾਹਾਂ ਦੀ ਗਾਂ। ਹੁਣ ਜਿੰਨਾ ਆਹ ਬੰਦਾ ਜਿਹੜਾ ਭਾਰਤ ਸਰਕਾਰ ਦੀਆਂ ਨੌਕਰੀਆਂ ਕਰਦਾ ਸਿੱਖ, ਜਿਹੜੇ ਲੋਕ ਸਿਆਸੀ ਭਲਵਾਨ ਬਣ ਕੇ ਸੱਤਾ ਹੰਢਾਉਣ ਤੁਰ ਪੈਂਦੇ ਆ, ਇਹ ਸਾਰੇ ਲੋਕ 1984 ਦੇ ਜੂਨ ਅਤੇ ਨਵੰਬਰ ਮਹੀਨੇ ਵਿੱਚ ਜੋ ਸਿੱਖਾਂ ਦੀ ਨਸਲਕੁਸ਼ੀ ਹੋਈ, ਉਹਦੇ ਸਾਹਮਣੇ ਖੜ ਕੇ ਆਪਦੇ ਆਪ ਨੂੰ ਪੁੱਛਣ ਤਾਂ ਸਹੀ ਕਦੇ ਕਿ ਅਸੀਂ ਖੁਸ਼ਵੰਤ ਸਿੰਘ ਵਰਗਿਆਂ ਨਾਲੋਂ ਵੱਡੇ ਹੋ ਸਕਦੇ ਹਾਂ। ਦੇਸ਼ ਭਗਤ ਉਹ ਵੀ ਬੜੇ ਵੱਡੇ ਸੀ। ਉਹ ਤਾਂ ਕਹਿੰਦਾ ਮੈਨੂੰ ਤਾਂ ਪਹਿਲੀ ਵਾਰ ਕਹਿੰਦਾ ਅਕਲ ਆਈ ਕਿ ਮੈਂ ਸੈਕੂਲਰ ਇੰਡੀਆ 'ਚ ਨਹੀਂ ਰਹਿ ਰਿਹਾ, ਮੈਂ ਹਿੰਦੂ ਇੰਡੀਆ 'ਚ ਰਹਿ ਰਿਹਾ। ਉਹ ਹਿੰਦੂ ਇੰਡੀਆ ਜਿਹਦੇ ਵਿੱਚ ਰਹਿ ਕੇ ਬਾਦਲ ਵਰਗਿਆਂ ਨੂੰ ਅਕਾਲ ਤਖਤ ਸਾਹਿਬ ਦੀ, ਸਿੱਖ ਧਰਮ ਦੀ ਮਾਨਤਾ ਪ੍ਰਾਪਤ ਮਰਿਆਦਾ ਨੂੰ ਨੀਵਾਂ ਦਿਖਾਉਣਾ ਪੈਂਦਾ। ਕਿਸੇ ਮੰਦਿਰ 'ਚ ਜਾ ਕੇ ਟੱਲੀ ਖੜਕਾ ਕੇ ਗਲ 'ਚ ਜੈ ਮਾਤਾ ਵਾਲਾ ਪਾ ਕੇ ਲਾਲ ਜਿਹਾ ਭਗਵਾ ਜਾ, ਫੇਰ ਉੱਥੇ ਕਹਿਣਾ ਪੈਂਦਾ ਸ਼ਿਵਲਿੰਗ ਕੋਲੇ ਖੜ ਕੇ। ਸਾਨੂੰ ਤਾਂ ਸ਼ਰਮ ਆਉਂਦੀ ਹੈ ਵੀ ਕਿਵੇਂ ਬੀਬਾ ਹਰਸਿਮਰਤ ਕੌਰ ਬਾਦਲ ਖੜੀ ਹੁੰਦੀ। ਦਿਖਾਉਣਾ ਪੈਂਦਾ ਕਿ ਅਸੀਂ ਤਾਂ ਜੀ ਹਿੰਦੂ ਇੰਡੀਆ 'ਚ ਰਹਿ ਰਹੇ। ਇਹ ਲੋਕ ਅੱਜ ਕਹਿੰਦੇ ਆ ਵੀ ਅਸੀਂ ਬੜੇ ਵਧੀਆ ਤੇ ਸਿਆਣੇ ਆ, ਅਸੀਂ ਬੜੇ ਘੈਂਟ ਆ, ਸਾਡੇ ਮਗਰ ਲੱਗੋ। 1978 ਤੋਂ ਜਿਹੜੀ ਇੱਕ ਜੰਗ ਖਾਲਸਾ ਆਪਦੇ ਸਿਧਾਂਤ ਦੀ ਲੜ ਰਿਹਾ, ਉਹ ਵੀ ਹਰਾਈ ਜਾ ਰਹੀ ਹੈ ਸਾਡੇ ਲੋਕਾਂ ਨੂੰ ਮਗਰ ਲਾ ਕੇ। ਉਹਨਾਂ ਤੋਂ ਤਿਰੰਗੇ ਵੀ ਚੁਕਾਏ ਜਾ ਰਹੇ ਨੇ, ਉਹਨਾਂ ਨੂੰ ਸ਼ਿਵਲਿੰਗ ਦੇ ਤੇ ਹਿੰਦੂ ਦੇਵੀ ਦੇਵਤਿਆਂ ਦੇ ਉਪਾਸ਼ਕ ਵੀ ਬਣਾਇਆ ਜਾ ਰਿਹਾ, ਉਹਨਾਂ ਨੂੰ ਆਪਦੇ ਧਰਮ ਤੋਂ ਵੀ ਡੇਗਿਆ ਜਾ ਰਿਹਾ। ਇਸ ਸਾਰੇ ਕਾਸੇ ਨੂੰ ਵੱਡੇ ਲੈਵਲ ਤੇ ਵਿਚਾਰਨ ਲਈ ਚਾਹੀਦਾ ਤਾਂ ਇਹ ਆ ਕਿ ਕੋਈ ਵੱਡੀ ਸਿੱਖ ਸੰਸਥਾ, ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖਤ ਸਾਹਿਬ ਕੋਈ ਵੱਡੀ ਗੱਲ ਸੋਚਦੇ, ਕੋਈ ਪ੍ਰੋਗਰਾਮ ਲਿਖਦੇ, ਕੋਈ ਬੁੱਧੀਜੀਵੀਆਂ ਦਾ, ਸਿੱਖ ਵਿਦਵਾਨਾਂ ਦਾ ਇਕੱਠ ਸੱਦਦੇ, ਸਰਬੱਤ ਖਾਲਸਾ ਸੱਦਦੇ ਕਿ ਭਾਈ ਜਿਹੜੇ ਮੁਲਕ ਦੇ ਹਕੂਮਤੀ ਸਿਸਟਮ ਨੇ ਸਿੱਖੀ ਦਾ ਬੁਰਾ ਹਾਲ ਕਰਨਾ ਸ਼ੁਰੂ ਕੀਤਾ ਹੋਇਆ, ਨਾਸ਼ ਕਰਨਾ ਸ਼ੁਰੂ ਕੀਤਾ ਹੋਇਆ, ਆਪਾਂ ਉਹਦੀਆਂ ਚੋਣਾਂ ਲੜ ਕੇ ਉਹਦੇ ਵਿੱਚੋਂ ਭਾਲਦੇ ਕੀ ਆ। ਅਗਲੇ ਤਾਂ ਸਾਡੇ ਬਣਾਈ ਹੋਈ ਕਮੇਟੀ ਨੂੰ, ਬੰਦੀ ਸਿੰਘਾਂ ਦੀ ਰਿਹਾਈ ਲਈ ਬਣਾਈ ਕਮੇਟੀ ਨੂੰ ਟਾਈਮ ਦੇਣ ਨੂੰ ਤਿਆਰ ਨਹੀਂ। ਅਗਲੇ ਤਾਂ ਸਾਡਾ ਨਾਂ ਸੁਣਨ ਨੂੰ ਤਿਆਰ ਨਹੀਂ। ਤੇ ਤੁਸੀਂ ਕਹਿੰਦੇ ਹੋ ਕਿ ਜੀ ਆਪਾਂ ਤਾਂ ਦੇਖੋ ਮੁੱਖ ਮੰਤਰੀ ਬਣ ਗਏ, ਆਪਾਂ 3 ਵਾਰੀ ਸਰਕਾਰ ਹੰਢਾ ਲਈ। ਪੰਜਾਬ ਦਾ ਮੁੱਖ ਮੰਤਰੀ ਬਣ ਕੇ ਪ੍ਰਕਾਸ਼ ਸਿੰਘ ਬਾਦਲ ਨੇ 1984 ਦੇ ਅਟੈਕ ਤੋਂ ਬਾਅਦ। ਦੱਸ ਦੋ ਕੌਮ ਚੜ੍ਹਦੀ ਕਲਾ 'ਚ ਗਈ ਆ ਕਿ ਜਿਹੜੀ ਹੈਗੀ ਕੌਮ ਦਾ ਬੇੜਾ ਗਰਕ ਹੋਇਆ। ਜਿਹੜਾ ਸਿਸਟਮ ਸਾਡੀ ਹੋਂਦ ਹਸਤੀ ਦਾ ਵੈਰੀ ਬਣਿਆ ਹੋਇਆ, ਜਿਹੜਾ ਮੁਲਕ ਦਾ ਸਮੁੱਚਾ ਢਾਂਚਾ ਸਿੱਖੀ ਦੀਆਂ ਜੜ੍ਹਾਂ ਪੁੱਟਣ ਤੇ ਲੱਗਿਆ ਹੋਇਆ, ਉਹਦਾ ਹਿੱਸਾ ਬਣ ਕੇ ਆਪਾਂ ਗਵਾ ਰਹੇ ਹਾਂ, ਕੁਛ ਪਾ ਰਹੇ ਹਾਂ ਆਪਾਂ।
ਤੇ ਜਦੋਂ ਆਪਾਂ ਨੂੰ ਇਹ ਸਮਝ ਲੱਗ ਚੁੱਕੀ ਹੈ ਕਿ ਜਾਂ ਤਾਂ ਉਹ ਕਹਿੰਦੇ ਆ ਵੀ ਹਿੰਦੂ ਹੋਣਾ ਮੰਨ ਲਓ ਕਿ ਤੁਸੀਂ ਹਿੰਦੂ, ਜਿਵੇਂ ਆਪਣੇ ਬਾਦਲ ਹੋਣਾ ਨੇ ਮੰਨ ਲਿਆ, ਜਿੱਥੇ ਮਰਜ਼ੀ ਲੈ ਜਾਓ ਇਹਨਾਂ ਨੂੰ, ਮੰਦਿਰ 'ਚ ਜਾ ਕੇ ਟੱਲੀ ਖੜਕਾਏ ਹੋਣਗੇ। ਤੇ ਜਾਂ ਤਾਂ ਇਸ ਪਾਸੇ ਆਪਾਂ ਧਿਆਨ ਦਈਏ ਤੇ ਇਸ ਲੜਾਈ ਨੂੰ ਸਿਰੇ ਲਾਈਏ ਕਿ ਆਪਾਂ ਆਪਦੇ ਧਰਮ 'ਚ ਵੀ ਪਰਪੱਕ ਰਹਿਣਾ ਤੇ ਖਾਲਿਸਤਾਨ ਵੀ ਸਿਰਜਣਾ। ਇਹਨਾਂ ਦੋਨੇ ਗੱਲਾਂ ਬਿਨਾਂ ਸਾਡਾ ਗੁਜ਼ਾਰਾ ਨਹੀਂ। ਪਰ ਨਾ ਆਪਾਂ ਖਾਲਸੇ ਬਣਨ ਵਾਲੇ ਪਾਸੇ ਜੱਦੋ-ਜਹਿਦ ਕਰ ਰਹੇ ਹਾਂ ਤੇ ਨਾ ਖਾਲਿਸਤਾਨ ਵਾਲੇ ਪਾਸੇ। ਦੂਜੇ ਪਾਸੇ ਨੂੰ ਤੁਰ ਪਏ ਵੀ ਤਿਰੰਗੇ ਚੱਕ ਲਓ, ਅੱਧੇ ਕੁ ਬਾਦਲ ਨਾਲ ਰਲ ਜਾਓ, ਅੱਧੇ ਕਾਂਗਰਸ ਨਾਲ ਰਲ ਜਾਓ, ਅੱਧੇ ਕੁ ਭਾਜਪਾ ਨਾਲ ਰਲ ਜਾਓ, ਅੱਧੇ ਕੁ ਮਾਨ ਸਾਹਿਬ ਵਾਲੇ ਪਾਸੇ ਤੁਰ ਪਓ, ਅੱਧੇ ਕੁ ਭਗਵੰਤ ਮਾਨ ਨਾਲ ਤੁਰ ਪਓ, ਤੇ ਜਿਹੜਾ ਏਜੰਡਾ 1984 ਨੇ ਨਿਸ਼ਚਿਤ ਕੀਤਾ ਸੀ ਉਹਨੂੰ ਪਿੱਠ ਦੇ ਜੋ, ਉਹਨੂੰ ਤਿਆਗ ਦਿਓ। ਹੁਣ ਇੰਡੀਅਨ ਸਟੇਟ ਸਿਸਟਮ ਦਾ ਤਾਂ ਪੂਰਾ ਜ਼ੋਰ ਲੱਗਿਆ ਹੀ ਹੋਣਾ ਕਿ ਆਪਾਂ ਸਿੱਖਾਂ ਕੋਲੋਂ ਖਾਲਿਸਤਾਨ ਦਾ ਏਜੰਡਾ ਛੁਡਵਾਉਣਾ। ਪਰ ਜਿਹੜੇ ਆ ਸਾਡੀ ਕੌਮ ਦੀਆਂ ਵੱਡੀਆਂ ਤੋਪਾਂ, ਵੱਡੀਆਂ ਸੰਸਥਾਵਾਂ ਦੇ ਉੱਤੇ ਕਾਬਜ ਹੋਏ ਬੈਠੇ ਲੋਕ ਨੇ, ਇਹ ਲੋਕ ਵੀ ਤਾਂ ਸ਼ਰੇਆਮ ਗਦਾਰੀ ਕਰ ਰਹੇ ਨੇ। ਕਦੇ ਕਦਾਈ ਵਧੀਆ ਜੀ, ਚੰਗੀ ਜੀ, ਕੋਈ ਇਮੋਸ਼ਨਲ ਜੀ ਗੱਲ ਕਰਕੇ ਸਾਡੇ ਕੋਲੋਂ ਬੱਲੇ ਬੱਲੇ ਕਰਵਾ ਲੈਣਗੇ। ਕਦੇ ਕਦੇ ਕੋਈ ਸੋਹਣੀ ਜੀ, ਕੋਈ ਕਿਊਟ ਜੀ, ਕੋਈ ਸੁਨੱਖੀ ਜੀ ਗੱਲ ਕਰਕੇ ਲੋਕਾਂ ਨੂੰ ਬੇਵਕੂਫ ਬਣਾ ਲੈਣਗੇ। ਪਰ ਹਕੀਕਤ ਵਿੱਚ ਇਹ ਸਾਨੂੰ ਸਾਰੇ ਉਸੇ ਹਿੰਦੂ ਤਵੀ ਨਿਜ਼ਾਮ ਦੇ ਵਿੱਚ ਲਿਜਾ ਕੇ ਉੱਥੇ ਜਾ ਕੇ ਸਾਨੂੰ ਡਬੋ ਰਹੇ ਨੇ, ਜਿਹੜਾ ਨਿਜ਼ਾਮ ਸਾਡੇ ਖਿਲਾਫ ਭੁਗਤਦਾ। ਆ ਜਿਹੜੀਆਂ ਅੱਜ ਵਹਿਸ਼ੀ ਭੀੜਾਂ ਭਾਰਤ ਦੇ ਅੱਡ ਅੱਡ ਸ਼ਹਿਰਾਂ ਦੇ ਵਿੱਚ ਟ੍ਰੇਨਾਂ ਨੂੰ ਅੱਗਾ ਲਾ ਰਹੀਆਂ ਨੇ, ਇਹ ਕਦੇ ਸਾਡੇ ਦੁਆਲੇ ਫੇਰ ਹੋਣਗੀਆਂ। ਪੰਜਾਬ ਦੀ ਧਰਤੀ ਉੱਤੇ ਸਾਡੇ ਲੋਕਾਂ ਨੂੰ ਦਿਨੋਂ ਦਿਨ ਘਟਾਇਆ ਜਾ ਰਿਹਾ, ਗਿਣਤੀ ਸਾਡੀ ਘਟਾਈ ਜਾ ਰਹੀ ਹੈ। ਇੱਕ ਤਾਂ ਸਾਨੂੰ ਪਰਿਵਾਰ ਨਿਯੋਜਨ ਨੇ ਮਾਰ ਲਿਆ, ਦੂਜਾ ਸਾਡੇ ਬੰਦੇ ਬਹੁਤ ਕਤਲ ਕੀਤੇ ਗਏ, ਤੀਜਾ ਅਸੀਂ ਬਾਹਰ ਨੂੰ ਭੱਜ ਗਏ। ਰਹਿੰਦੀ ਖੂੰਹਦੀ ਕਸਰ ਇਹ ਹੋ ਗਈ ਕਿ ਦੂਜਿਆਂ ਸੂਬਿਆਂ ਦੇ ਧੜਾ ਧੜ ਲੋਕ ਲਿਆ ਕੇ ਇੱਥੇ ਵਸਾਏ ਜਾ ਰਹੇ ਨੇ। ਕੱਲ ਇੱਕ ਅਖਬਾਰਾਂ 'ਚ ਖਬਰ ਛਪੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਪੰਜਾਬ ਦੀਆਂ ਫੈਕਟਰੀਆਂ ਲਈ ਬੰਦਿਆਂ ਦੀ ਭਰਤੀ ਹੋ ਰਹੀ। ਇਹ ਯੂਪੀ, ਬਿਹਾਰ, ਹਰਿਆਣਾ, ਹਿਮਾਚਲ, ਹਰ ਸੂਬੇ ਦੇ ਵਿੱਚ ਇਦਾਂ ਦੇ ਸੈਂਟਰ ਬਣ ਚੁੱਕੇ ਆ ਜਿੱਥੇ ਪੰਜਾਬ ਦੇ ਵਿੱਚ ਕੰਮ ਕਰਨ ਵਾਲਿਆਂ ਦੀ ਭਰਤੀ ਹੁੰਦੀ ਹੈ। ਜਿੰਨੇ ਪੰਜਾਬ 'ਚ ਟੋਲ ਪਲਾਜੇ ਆ, ਜਾ ਕੇ ਦੇਖ ਲਓ, ਉੱਥੇ ਦੂਜੇ ਸੂਬਿਆਂ ਦੇ ਲੋਕ ਭਰਤੀ ਕੀਤੇ ਹੋਏ ਨੇ। ਪੰਜਾਬ ਦੇ ਵਿੱਚ 80% ਤੋਂ ਉੱਪਰ ਨੌਕਰੀਆਂ ਦੂਜੇ ਸੂਬਿਆਂ ਦੇ ਲੋਕਾਂ ਕੋਲ। ਪੰਜਾਬ ਦੇ ਜਿਹੜੇ ਲੋਕ ਨੇ, ਜਿਨ੍ਹਾਂ ਦਾ ਨਾ ਤਾਂ ਕੈਨੇਡਾ ਅਮਰੀਕਾ ਦਾ ਵਾਹ ਪੈਂਦਾ, ਨਾ ਉਹਨਾਂ ਦਾ ਹੱਥ ਪੈਂਦਾ ਇੱਥੇ ਕਿਸੇ ਨੌਕਰੀ ਨੂੰ, ਉਹ ਬੰਦੇ ਫਿਰ ਖੁਦਕੁਸ਼ੀਆਂ ਹੀ ਕਰਨਗੇ ਜਾਂ ਡਿਪਰੈਸ਼ਨ 'ਚ ਆ ਕੇ ਨਸ਼ੇ ਦੇ ਵਿੱਚ ਗਰਕ ਜਾਣਗੇ ਜਾਂ ਕੋਈ ਹੋਰ ਪੁੱਠਾ ਸਿੱਧਾ ਕੰਮ ਕਰਨਗੇ। ਸੋ ਪੰਜਾਬ ਦੇ ਲੋਕਾਂ ਨੂੰ, ਸਿੱਖਾਂ ਨੂੰ ਸਾਰੇ ਪਾਸਿਓਂ ਘਸਿਆਰੇ ਬਣਾ ਕੇ ਅਯਾਸ਼ ਬਦਮਾਸ਼ ਬਣਾਉਣ ਦੇ ਰਾਹ ਜਿਹੜਾ ਤੋਰਿਆ ਜਾ ਰਿਹਾ, ਉਹਦੇ ਵਿੱਚ ਸਾਨੂੰ ਇਹ ਗੱਲਾਂ ਦਾ ਹੱਲ ਲੱਭਣ ਦੇ ਲਈ ਕੁਝ ਕਰਨਾ ਪਏ। ਪਰ ਅਫਸੋਸ ਦੀ ਗੱਲ ਇਹ ਹੈ ਕਿ ਜਿਹੜੇ ਸਾਡੇ ਕੌਮ ਦੇ ਵਿਦਵਾਨ ਨੇ, ਇਹਨਾਂ ਨੇ 1978 ਤੋਂ ਚੱਲੇ ਹੋਏ ਸੰਘਰਸ਼ ਵਿੱਚ ਤਾਂ ਕਦੇ ਕੋਈ ਸਿਹਤ ਸਿਖਲਾਈ ਨਹੀਂ ਸੀ ਦਿੱਤੀ। ਹੁਣ ਇਸ ਦੌਰ ਵਿੱਚ ਵੀ ਸ਼ਰੇਆਮ ਸਿੱਖੀ ਦਾ ਹਿੰਦੂਕਰਨ ਹੋ ਰਿਹਾ, ਇਹ ਚੁੱਪ ਨੇ। ਸਿਆਸੀ ਭਲਵਾਨ ਜਿਹੜੇ ਆ ਲੋਕਾਂ ਦਾ ਹਿੰਦੀਕਰਨ ਤੇ ਹਿੰਦੂਕਰਨ ਕਰ ਰਹੇ ਨੇ, ਇਹ ਚੁੱਪ ਨੇ। ਤੇ ਜੇਕਰ ਮੀਡੀਆ ਦੇ ਵਿੱਚ ਸਿੱਖ ਵਿਰੋਧੀ ਨੈਰੇਟਿਵ ਸਿਰਜਿਆ ਜਾ ਰਿਹਾ ਤਾਂ ਇਹ ਚੁੱਪ ਨੇ। ਜਿਸ ਕੌਮ ਦੇ ਵਿਦਵਾਨ ਅਗਵਾਈ ਨਾ ਕਰਨ ਤੇ ਸਾਡੇ ਵਰਗੇ ਆਮ ਘਰਾਂ ਦੇ ਲੋਕ ਉੱਠ ਕੇ ਜਦੋਂ ਕੋਈ ਗੱਲ ਕਰਦੇ ਆ, ਫਿਰ ਇਹ ਕਹਿੰਦੇ ਆ ਜੀ ਇਹ ਕੋਈ ਮਾਨਤਾ ਪ੍ਰਾਪਤ ਵਿਦਵਾਨ ਥੋੜੀ ਹੈ। ਹੁਣ ਭਾਈ ਤੁਸੀਂ ਤਾਂ ਪੰਥ ਤੇ ਪੰਜਾਬ ਦੇ ਖਿਲਾਫ ਸਾਰਾ ਕੁਝ ਹੁੰਦਾ ਦੇਖ ਕੇ ਦੜ ਵੱਟੀ ਬੈਠੇ। ਸਾਤੋਂ ਜਿੰਨਾ ਕੁ ਸਰਦਾ ਬਣਦਾ ਅਸੀਂ ਉੱਥੇ ਆਪਦਾ ਯਤਨ ਕਰ ਰਹੇ ਹਾਂ, ਅਸੀਂ ਆਪਦਾ ਫਰਜ਼ ਨਿਭਾ ਰਹੇ ਹਾਂ। ਤੇ ਇਸ ਪੰਜਾਬ ਦੀ ਧਰਤੀ ਉੱਤੇ ਕਾਲ ਕਦੇ ਕਿਸੇ ਚੀਜ਼ ਦਾ ਨਹੀਂ ਪਿਆ। ਅੱਜ ਵੀ ਬੜੇ ਵੱਡੇ ਸਿੱਖ ਸੂਰਮੇ, ਅੱਜ ਵੀ ਸਰਦਾਰ ਭਰਾ ਸਾਡੇ, ਅੱਜ ਵੀ ਸਾਡੀ ਕੌਮ ਦਾ ਉਹ ਹਿੱਸਾ ਜਿਹੜਾ ਪੰਥਕ ਫਰਜ਼ ਨਿਭਾਉਣ ਲਈ ਹਰ ਮੌਕੇ ਤਿਆਰ ਬਰ ਤਿਆਰ ਆ, ਪਰ ਕੋਈ ਰਾਹ ਨਹੀਂ ਲੱਭ ਰਿਹਾ, ਕੋਈ ਅਗਵਾਈ ਨਹੀਂ ਲੱਭ ਰਹੀ। ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆ ਕਿ ਸਾਡੀ ਕੌਮ ਨੂੰ ਸੁਚੱਜੇ ਆਗੂ ਬਖਸ਼ੋ, ਸੁਚੱਜੀ ਅਗਵਾਈ ਬਖਸ਼ੋ, ਤਾਂ ਕਿ ਇਹ ਜਿਹੜਾ ਸੰਤਾਪ ਭਰਿਆ ਦੌਰ ਆ ਇਹਦੇ ਵਿੱਚ ਅਸੀਂ ਫਤਿਹ ਹਾਸਲ ਕਰ ਸਕੀਏ। ਜਿਹੜੇ ਲੋਕ ਸਾਡੇ ਚਿੰਨ੍ਹਾਂ ਨੂੰ, ਸਾਡੇ ਬਿੰਬਾਂ ਨੂੰ, ਸਾਡੇ ਪ੍ਰਤੀਕਾਂ ਨੂੰ, ਸਾਡੀਆਂ ਗਰੰਟੀਆਂ ਤੇ ਗਵਾਹੀਆਂ ਨੂੰ ਮਜ਼ਾਕਾਂ ਕਰਦੇ ਆ,
ਨਾਵਾਚਕ ਰੰਗ ਵਿੱਚ ਪੇਸ਼ ਕਰਦੇ ਆ, ਉਹਨਾਂ ਨੂੰ ਸੱਚੇ ਪਾਤਸ਼ਾਹ ਸਮੱਤ ਬਖਸ਼ਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਫਿਰ ਮਿਲਦੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।